ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤਾਂ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੜੀ ਹੀ ਸੁਚੱਜਤਾ ਨਾਲ ਸ਼ਾਮ ਦੇ ਸੋਹਣੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਆਓ ਇਸ ਸੁਭਾਗੇ ਸਮੇਂ ਨੂੰ ਸਫਲਾ ਬਣਾਈਏ। ਸਤਿਗੁਰਾਂ ਦੀ ਪਾਵਨ ਜੀਵਨ ਮਹਿਮਾ ਵਿੱਚੋਂ ਆਪ ਜੀ ਨੇ ਕੱਲ ਸਰਵਣ ਕੀਤਾ। ਜਦੋਂ ਰਾਏ ਬੁਲਾਰ ਜੀਆਂ ਨੂੰ ਸਤਿਗੁਰਾਂ ਨੇ ਸਮਝਾਇਆ ਤੁਸੀਂ ਮਨ ਵੀ ਨਹੀਂ ਹੋ, ਬੁੱਧ ਚਿੱਤ ਤੇ ਅਹੰਕਾਰ ਵੀ ਨਹੀਂ, ਤੁਹਾਡਾ ਅਸਲ ਤੇ ਨਿਜ ਸਰੂਪ ਤੁਹਾਡੀ ਆਤਮਾ ਹੈ। ਕਿਵੇਂ ਤਮੋ ਗੁਣ ਤੇ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਕਿਵੇਂ ਰਜੋ ਗੁਣ ਤੇ ਪੰਜਾਂ ਤੱਤਾਂ ਤੋਂ ਇਕੱਠੀਆਂ ਹੋ ਕੇ ਗਿਆਨ ਅਤੇ ਕਰਮ ਇੰਦਰੇ ਬਣੇ, ਕਿੱਦਾਂ ਸਤੋ ਗੁਣ ਅਤੇ ਪੰਜਾਂ ਤੱਤਾਂ ਤੋਂ ਮਿਲ ਕੇ ਅੰਦਰ ਦੀ ਰੂਹ ਬਣੀ। ਬੜੇ ਵਿਸਥਾਰ ਸਹਿਤ ਆਪ ਜੀ ਨੇ ਕੱਲ ਸਰਵਣ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਿਖਾ ਦਿੱਤਾ ਕਿਵੇਂ ਇਹ ਰੂਹ, ਕਿਵੇਂ ਇਹ ਆਤਮਾ, ਮਨ, ਚਿੱਤ, ਬੁੱਧ, ਹੰਕਾਰ, ਸਰੀਰ ਤੇ ਇੰਦਰੀਆਂ ਤੇ ਪ੍ਰਾਣਾਂ ਨੂੰ ਕੰਟਰੋਲ ਕਰਦੀ ਹੈ। ਆਪਾਂ ਸਾਰਿਆਂ ਨੇ ਬੜਾ ਆਨੰਦ ਮਾਣਿਆ ਤੇ ਰਾਏ ਬੁਲਾਰ ਜੀ ਨੇ ਉਪਦੇਸ਼ ਸਰਵਣ ਕੀਤਾ। ਸੋ ਆਓ ਸਾਹਿਬਾਂ ਦੇ ਪਾਵਨ ਵਰਤਾਏ ਹੋਏ ਚੋਚ ਜੋ ਭਾਈ ਬਾਲਾ ਜੀ ਬੜੀ ਸ਼ਿੱਦਤ ਨਾਲ ਸਤਿਗੁਰਾਂ ਨੂੰ ਸੁਣਾ ਰਹੇ ਨੇ। ਪਾਓ ਪ੍ਰੇਮ ਦੀ ਸਾਂਝ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਬੁਲਾਰ ਇਸ ਬਿਦ ਕੀ ਬੈਨਾ, ਨਿਜ ਸਰੂਪ ਜਾਣਿਓ ਸੁਖ ਐਨਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਰਾਏ ਬੁਲਾਰ ਜੀਆਂ ਨੂੰ ਇਹ ਸਾਖਸ਼ਾਤ ਵਿਖਾ ਦਿੱਤਾ ਜੋ ਬਾਣੀ ਦਾ ਉਪਦੇਸ਼ ਹੈ, ਆਤਮਾ ਪਰਮਾਤਮਾ ਇੱਕ ਓਕਰ ਹੈ, ਵੀ ਰੱਬ ਤੇ ਆਤਮਾ ਇੱਕੋ ਹੀ ਹੈ ਤੇ ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਪਰ ਭੁੱਲਿਆ ਫਿਰਦਾ। ਰਾਏ ਬੁਲਾਰ ਸਾਹਿਬ ਜੀ ਨੇ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਜਦਾ ਕੀਤਾ। ਬੜੇ ਪ੍ਰਸੰਨ ਹੋਏ, ਖੁਸ਼ ਹੋਏ, ਨੇਤਰਾਂ ਦੇ ਵਿੱਚੋਂ ਖੁਸ਼ੀ ਦੇ ਅਥਰੂ ਹਨ। ਭਇਓ ਨਿਮਗਨ ਅਥਾਹੇ ਆਨੰਦ, ਛੂਟ ਗਏ ਜਗ ਕੀ ਸਭ ਫੰਦਾ। ਜਦੋਂ ਆਪਣੇ ਆਪ ਦੀ ਸਮਝ ਆ ਗਈ, ਅੱਜ ਪਤਾ ਲੱਗਿਆ ਮੈਂ ਕੌਣ, ਜਗ ਦੇ ਸਾਰੇ ਬੰਧਨ ਕੱਟੇ ਗਏ, ਛੁੱਟ ਗਏ। ਆਪਣਾ ਆਪ ਇੱਦਾਂ ਹੈ ਜਿਵੇਂ ਰੂੰ ਦਾ ਫੰਬਾ ਹਵਾ 'ਚ ਉੱਡਦਾ ਨਾ, ਰੂਹ ਉੱਡਦੀ ਦਿਸਾਈ ਦਿੱਤੀ ਹੈ। ਆਪਣਾ ਆਪ ਦਿਸ ਰਿਹਾ ਹੈ, ਮੈਨੂੰ ਕਿਸੇ ਦਾ ਕੋਈ ਬੰਧਨ ਨਹੀਂ, ਮੈਂ ਆਜ਼ਾਦ ਹਸਤੀ ਹਾਂ। ਅੱਜ ਉਸ ਆਨੰਦ ਨੂੰ ਰਾਏ ਬੁਲਾਰ ਜੀ ਮਾਣਦੇ ਹਨ। ਹੱਥ ਬੰਦ ਪਦ ਬੰਧਨ ਧਾਰੀ, ਉਸਤਤ ਪਦ ਕੀ ਗਿਰਾ ਉਚਾਰੀ। ਸਤਿਗੁਰਾਂ ਨੂੰ ਨਮਸਕਾਰ ਕਰਕੇ ਰਾਏ ਬੁਲਾਰ ਸਾਹਿਬ ਆਪਣਾ ਪਲੰਘਾ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੀ ਬਹਿ ਗਏ ਤੇ ਗੁਰੂ ਚਰਨਾਂ ਦੀ ਉਸਤਤ ਕਰਦੇ ਆ। ਕਹਿੰਦੇ ਸਾਹਿਬਾ ਤੇਰੇ ਮੈਂ ਕਿਹੜੇ ਕਿਹੜੇ ਗੁਣ ਗਾਵਾਂ, ਮੈਂ ਕਿਵੇਂ ਆਪਣੀ ਜ਼ੁਬਾਨ ਦੇ ਨਾਲ ਆਖਾਂ ਤੂੰ ਬੇਸ਼ੁਮਾਰ ਹੈ। ਧੰਨ ਧੰਨ ਪੂਰਨ ਗੁਰਦੇਵਾ, ਕਿਰਪਾ ਤੁਮਾਰ
ਲਖਿਓ ਅਸ ਭੇਵਾ। ਇੱਕੋ ਹੀ ਚਰਨਾਂ ਵਿੱਚ ਬੈਠ ਕੇ ਬੇਨਤੀ ਕਰਦੇ ਨੇ, ਅਰਜ਼ੋਈ ਕਰਦੇ ਨੇ, ਗੁਰਦੇਵ ਸਾਹਿਬ ਜੀ ਤੁਸੀਂ ਧੰਨ ਹੋ ਤੇ ਧੰਨਤਾ ਜੋਗ ਮੇਰਾ ਜੀਵਨ, ਮੈਂ ਆਪਣੇ ਆਪ ਵਿੱਚ ਅੱਜ ਤੈਨੂੰ ਵੇਖ ਲਿਆ। ਆਖੋ ਸਤਨਾਮ। ਅੱਗੇ ਤੇ ਲੱਗਦਾ ਸੀ ਰੱਬ ਹੋਰ ਆ ਤੇ ਅਸੀਂ ਹੋਰ ਆ। ਸਾਰਾ ਜ਼ਮਾਨਾ ਆਪਾਂ ਸਾਰੇ ਇਹੀ ਸਮਝਦੇ ਹਾਂ ਵੀ ਰੱਬ ਹੋਰ ਹੈ, ਰੱਬ ਕਿਤੇ ਦੂਰ ਬੈਠਾ ਹੈ ਸੱਤਵੇਂ ਅਸਮਾਨ ਤੇ। ਕੋਈ ਕਹਿੰਦਾ ਉੱਤੇ ਵਾਲਾ ਦੇਖਦਾ ਹੈ, ਉੱਪਰ ਵਾਲਾ ਹਿਸਾਬ ਲਊਗਾ। ਕਿਹੜਾ ਉੱਪਰ ਵਾਲਾ? ਗੁਰਬਾਣੀ ਨੇ ਕਿੱਥੇ ਕਿਹਾ ਵੀ ਕੋਈ ਉੱਪਰ ਵਾਲਾ ਤੇ ਕੋਈ ਨੀਚੇ ਵਾਲਾ ਹੈ? ਸਤਿਗੁਰ ਕਹਿੰਦੇ ਉਹ ਤੇ ਦਿਲਾਂ 'ਚ ਬੈਠਾ ਹੈ, ਧੁਰ ਅੰਦਰ ਬੈਠਾ ਹੈ, ਉਹ ਬਾਹਰ ਨਹੀਂ ਹੈ। ਸਮੁੱਚੀ ਸ੍ਰਿਸ਼ਟੀ ਦੇ ਵਿੱਚ ਇਹੋ ਵਿਸ ਸੰਸਾਰ ਤੂੰ ਜੇ ਦੇਖਦਾ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੈਨੂੰ ਪਰਮਾਤਮਾ ਪਿਆਰਾ ਸੱਜਣ ਸਾਰੇ ਸੰਸਾਰ 'ਚੋਂ ਹੀ ਨਜ਼ਰ ਆਉਣਾ ਜਿੱਦਣ ਤੂੰ ਆਪਣੇ ਆਪ 'ਚੋਂ ਵੇਖ ਲਿਆ। ਅਜੇ ਨਹੀਂ ਦੱਸਿਆ। ਰਾਏ ਬੁਲਾਰ ਸਾਹਿਬ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਆ, ਕਹਿੰਦੇ ਮਹਾਰਾਜ ਮੈਂ ਕਿਵੇਂ ਤੈਨੂੰ ਬੇਅੰਤ ਕਹਿ ਦਿਆਂ, ਕਿਵੇਂ ਤੈਨੂੰ ਵੱਡਾ ਕਹਿ ਦਿਆਂ, ਕਿਉਂਕਿ ਤੇਰੇ ਮੇਰੇ 'ਚ ਹੁਣ ਫਰਕ ਹੀ ਨਹੀਂ ਰਿਹਾ ਕੋਈ। ਮੈਂ ਨਿਜ ਸਰੂਪ ਆਪਣਾ ਆਪ ਅੱਜ ਜਾਣ ਲਿਆ ਏ। ਰਾਗ ਦਵੈਖ ਦਵੈ ਸਿੰਘ ਸਮਾਨਾ, ਇਨਕੇ ਭੈ ਤੇ ਮੁਝੇ ਮਚਾਨਾ। ਆਖਣ ਲੱਗੇ ਸਤਿਗੁਰੂ ਜੀ ਮੈਂ ਰਾਗ ਦਵੈਖ ਪ੍ਰੇਮ ਤੇ ਈਰਖਾ ਦੇ ਦੋ ਸ਼ੇਰਾਂ ਤੋਂ ਬਚ ਗਿਆ, ਕਿਉਂਕਿ ਹੁਣ ਇਹ ਸ਼ੇਰ ਮੇਰੇ ਮਿੱਤਰ ਬਣ ਗਏ, ਦੁਸ਼ਮਣ ਨਹੀਂ ਨੇ। ਅੱਗੇ ਮੈਨੂੰ ਲੱਗਦਾ ਸੀ ਇਹ ਮੇਰਾ ਬਹੁਤਾ ਪਿਆਰਾ ਤੇ ਇਹ ਮੇਰਾ ਬਹੁਤ ਜ਼ਿਆਦਾ ਦੁਸ਼ਮਣ ਹੈ, ਵੈਰੀ ਹੈ। ਸਾਹਿਬਾ ਹੁਣ ਤੇ ਤੇਰਿਆਂ ਚਰਨਾਂ ਦਾ ਪ੍ਰੇਮ ਮਿਲ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬੁਲਾਰ ਸਾਹਿਬ ਹੁਣ ਤੁਸੀਂ ਕੌਣ ਹੋ? ਜਦੋਂ ਪੁੱਛਿਆ ਨਾ ਮਹਾਰਾਜ ਨੇ ਹੁਣ ਆਖਰੀ ਸਵਾਲ, ਤੁਸੀਂ ਕੌਣ ਹੋ? ਕਹਿੰਦੇ ਸਤਿਗੁਰੂ ਮੈਂ ਤੇਰਾ ਰੂਪ ਹਾਂ, ਤੂੰ ਮੇਰਾ ਰੂਪ ਹੈ। ਆਖੋ ਸਤਨਾਮ। ਮੇਰਾ ਆਪਣਾ ਇਖਲਾਕੀ ਤੌਰ ਤੇ ਹੁਣ ਕੋਈ ਵਜੂਦ ਨਹੀਂ ਹੈ। ਗ੍ਰਸਿਓ ਸਰਪ ਦੀਰਘ ਹੰਕਾਰਾ, ਦੀਨ ਜਾਨ ਤੁਮ ਲੀਨ ਉਬਾਰਾ। ਸਤਿਗੁਰ ਕਹਿੰਦੇ ਕੀ ਦਿਸਦਾ ਹੁਣ ਤੁਹਾਨੂੰ, ਨਜ਼ਰ ਕੀ ਆਉਂਦਾ ਹੈ? ਕਹਿੰਦੇ ਮਹਾਰਾਜ ਅੱਜ ਸਮਝ ਆਈ ਹੈ ਮੈਨੂੰ ਤੇ ਹੰਕਾਰ ਦਾ ਫਨੀਅਰ ਕੋਬਰਾ ਨਾਗ ਡੱਸਦਾ ਸੀ, ਫਰਾਟੇ ਮਾਰਦਾ ਸੀ ਹੰਕਾਰ। ਕੀਚ ਨਹੀਂ ਮਾਰਦਾ। ਛੋਟੇ ਜਿਹੇ ਬੱਚੇ ਤੋਂ ਲੈ ਕੇ ਇੱਕ ਚਿੱਟੇ ਕੇਸਾਂ ਵਾਲੇ ਬਜ਼ੁਰਗ ਤੱਕ ਹਰੇਕ ਬੰਦੇ ਤੋਂ ਭਾਵੇਂ ਤੁਰਿਆ ਜਾਵੇ ਨਾ ਜਾਵੇ, ਹੰਕਾਰ ਦਾ ਸੱਪ ਸ਼ੂਕਦਾ ਏ। ਪਰ ਸਮਝ ਨਹੀਂ ਆਉਂਦਾ। ਹੰਕਾਰੀ ਬੰਦੇ ਨੂੰ ਕਦੇ ਨਹੀਂ ਲੱਗਦਾ ਮੈਂ ਹੰਕਾਰ ਕਰਦਾ, ਉਹਨੂੰ ਲੱਗਦਾ ਮੈਂ ਸੁਭਾਵਿਕ ਸੱਚ ਬੋਲਦਾ। ਕਾਮੀ ਬੰਦੇ ਨੂੰ ਕਦੇ ਨਹੀਂ ਲੱਗਦਾ ਮੇਰੀ ਬਿਰਤੀ ਕਾਮੀ ਹੈ, ਮੈਂ ਲੋਕਾਂ ਨੂੰ ਸਾਰਾ ਦਿਨ ਵੇਖਦਾ ਰਹਿਣਾ, ਉਹਨੂੰ ਨਹੀਂ ਲੱਗਦਾ। ਲੋਕ ਦੱਸਦੇ ਤੇ ਬੁਰਾ ਮਨਾਉਂਦਾ ਹੈ। ਕ੍ਰੋਧੀ ਬੰਦਾ ਸਾਰਾ ਦਿਨ ਕ੍ਰੋਧ ਕਰਦਾ, ਹਰ ਇੱਕ ਨਾਲ ਕਲੇਸ਼ ਕਰਦਾ ਹੈ। ਕਲੇਸ਼ੀ ਬੰਦੇ ਨੂੰ ਕਹਿ ਕੇ ਵੇਖੋ ਤੂੰ ਤੇ ਕਲੇਸ਼ ਦਾ ਘਰ ਹੈ, ਤੂੰ ਘਰ ਨਾ ਹੋਵੇਂ ਤੇ ਲੜਾਈ ਨਹੀਂ ਹੁੰਦੀ। ਕਹਿੰਦਾ ਤੁਸੀਂ ਮੈਨੂੰ ਕੱਢਣ ਨੂੰ ਫਿਰਦੇ ਹੋ, ਤੁਸੀਂ ਮੈਨੂੰ ਵੇਖ ਕੇ ਨਹੀਂ ਡਰਦੇ। ਉਹ ਦੂਜੇ ਤੇ ਦੂਸ਼ਣ ਲਾਏਗਾ, ਦੂਜੇ ਤੇ ਅਵਗੁਣ ਥੋਪੇਗਾ, ਆਪਣਾ ਆਪ ਉਹਨੂੰ ਹਮੇਸ਼ਾ ਸੁਚੱਜਾ ਲੱਗਦਾ ਹੈ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਮੈਨੂੰ ਤੇ ਅੱਜ ਸਮਝ ਆਈ, ਮੈਂ ਉੱਚੀ ਅਵਸਥਾ ਤੇ ਚੜ੍ਹ ਕੇ ਵੇਖਿਆ ਵੀ ਘਰ ਘਰ ਵਿੱਚ ਇਹੀ ਅੱਗ ਮੱਚਦੀ ਹੈ। ਹਰ ਘਰ ਵਿੱਚ ਹੰਕਾਰ ਹੈ, ਹਰ ਘਰ ਵਿੱਚ ਹਉਮੈ ਹੈ, ਹਰ ਘਰ ਦੇ ਵਿੱਚ ਮੋਹ ਹੈ। ਕਦੇ ਮੈਂ ਵੀ ਇਸ ਮੋਹ ਵਿੱਚ ਫਸਿਆ ਤੇ ਗਰਸਿਆ ਸੀ, ਪਰ ਅੱਜ ਮੈਨੂੰ ਆਪਣਾ ਆਪ ਸਕੂਨ ਵਰਗਾ ਲੱਗਦਾ ਵੀ ਜਿਵੇਂ ਮੇਰਾ ਕੋਈ ਦੁਸ਼ਮਣ ਨਹੀਂ, ਮੇਰਾ ਕੋਈ ਵੈਰੀ ਨਹੀਂ। ਕੋਈ ਦੁਨੀਆ 'ਚ ਐਸਾ ਦੇਸ਼ ਹੈ ਜਿੱਥੇ ਦਾ ਮਨੁੱਖ ਪੀਸਫੁਲੀ ਹੋਵੇ, ਆਖੇ ਜੀ ਮੈਨੂੰ ਜ਼ਰੂਰਤ ਕੋਈ ਨਹੀਂ। ਅਮਰੀਕਾ ਤੋਂ ਲੈ ਕੇ ਏਸ਼ੀਆ ਜਿੰਨਾ ਵੀ ਹੈ, ਯੂਰਪ ਜਿੰਨਾ ਵੀ ਹੈ, ਕੋਈ ਇੱਕ ਸੂਬਾ ਦੱਸ ਦਿਓ, ਕੋਈ ਇੱਕ ਦੇਸ਼ ਦੱਸ ਦਿਓ, ਕੋਈ ਕੰਟਰੀ ਦੱਸ ਦਿਓ, ਕੋਈ ਐਸਾ ਮਹਾਦੀਪ ਦੱਸ ਦਿਓ ਜਿੱਥੇ ਦਾ ਬੰਦਾ ਆਖੇ ਮੈਂ ਸੰਤੁਸ਼ਟ ਹਾਂ। ਨਹੀਂ, ਕੋਈ ਸੰਤੁਸ਼ਟ ਨਹੀਂ ਹੈ। ਸਭ ਦੁਖੀ ਨੇ, ਸਭ ਨੂੰ ਵਿਕਾਰ ਸਤਾਉਂਦੇ ਆ। ਸੁਖੀ ਉਹੀ ਹੈ, ਸੁਖੀ ਹਰੀ ਕੇ ਦਾਸ, ਜਿਨ੍ਹਾਂ ਰੱਬ ਦਾ ਨਾਮ ਜਪਿਆ, ਜਿਨ੍ਹਾਂ ਨੂੰ ਆਪਣੇ ਆਪ ਦੀ ਸੋਝੀ ਆਈ ਹੈ। ਰਾਏ ਬੁਲਾਰ ਸਾਹਿਬ ਸਾਰੀ ਜ਼ਿੰਦਗੀ ਸਾਰਾ ਜੀਵਨ ਭਗਤੀ ਕਰਦੇ ਸੀ, ਪਰ ਅੱਜ ਆਪੇ ਦੀ ਪਛਾਣ ਹੋ ਗਈ। ਅਸੀਂ ਤੇ ਬੁੱਢੇ ਹੋ ਗਏ, ਉਮਰਾਂ ਲੰਘ ਗਈਆਂ, ਰੱਬ ਦੇ ਘਰ ਵੀ ਆਉਂਦੇ ਰਹੇ ਸਾਰੀ ਜ਼ਿੰਦਗੀ, ਆਪੇ ਦੀ ਪਛਾਣ ਨਹੀਂ ਕੀਤੀ, ਲੋਕਾਂ ਦੀਆਂ ਪਛਾਣਾਂ ਕੀਤੀਆਂ। ਕਿੰਨੇ ਲੋਕ ਗੁਰਦੁਆਰੇ ਆਉਂਦੇ ਆ, ਕਿਹੜਾ ਕਿੱਥੋਂ ਆਉਂਦਾ, ਕਿਹਦਾ ਮੋਬਾਈਲ ਨੰਬਰ ਕੀ ਹੈ, ਕਿਹਦਾ ਘਰ ਕਿੱਥੇ ਹੈ, ਕੌਣ ਕਿਹਨੂੰ ਜਾਣਦਾ ਹੈ, ਕੌਣ ਕਿਹਦਾ ਗਵਾਂਢੀ ਹੈ। ਸਿਰਫ ਗੁਰੂ ਘਰ ਧਰਮ ਦੀ ਥਾਂ ਤੇ ਆ ਕੇ ਅਸੀਂ ਇਹੀ ਜਾਣਿਆ
ਇੱਕ ਵੀ ਬੰਦਾ ਐਸਾ ਨਹੀਂ ਹੈ ਜਿਹਨੇ ਗੁਰੂ ਘਰ ਆ ਕੇ ਜਾਣਿਆ ਹੋਵੇ ਮੈਂ ਕੌਣ ਆ ਤੇ ਕਿੱਥੇ ਖੜਿਆ। ਆਖੋ ਸਤਨਾਮ। ਮੇਰੇ ਅੰਦਰ ਔਗਣ ਕਿੰਨੇ ਆ, ਮੈਂ ਆਪੇ ਦੀ ਪਛਾਣ ਕਰਨੀ ਸੀ। ਮੈਂ ਤੇ ਦੁਨੀਆ ਦੀਆਂ ਸ਼ਖੀਰੀਆਂ ਕੱਢੀ ਫਿਰਦਾ। ਫਲਾਣਾ ਫਲਾਣੇ ਗੁਰਦੁਆਰੇ ਜਾਂਦਾ ਹੈ, ਉੱਥੇ ਤੇ ਮੇਰਾ ਮਾਮਾ ਰਹਿੰਦਾ ਹੈ। ਤੁਸੀਂ ਫਲਾਣੀ ਥਾਂ ਤੋਂ ਆਏ ਹੋ, ਉੱਥੇ ਮੇਰੇ ਨਾਨਕੇ ਨੇ। ਇੱਥੇ ਮੇਰਾ ਦੋਸਤ ਹੈ, ਉੱਥੇ ਮੇਰਾ ਬੇਟਾ ਹੈ, ਉੱਥੇ ਮੇਰੀ ਬੇਟੀ ਹੈ। ਕਿਹੜੇ ਚੱਕਰਾਂ 'ਚ ਧਰਮ ਦੀ ਥਾਂ ਤੇ ਬੈਠੇ ਕਰਦੇ ਗੱਲਾਂ? ਕਿਉਂਕਿ ਅਸੀਂ ਬਾਹਰ ਦੀ ਹਉਮੈ 'ਚ ਤੁਰੇ ਫਿਰਦੇ ਹਾਂ। ਧਰਮ ਦੀ ਦੁਨੀਆ ਦੇ ਵਿੱਚ ਵੀ ਮਨੁੱਖ ਆਪਾ ਵਿਖਾਉਣਾ ਹੁੰਦਾ, ਮੈਂ ਕਿੱਥੇ ਖੜਿਆ। ਪਰ ਰਾਏ ਬੁਲਾਰ ਸਾਹਿਬ ਅੱਜ ਧਰਮ ਦੀ ਦੁਨੀਆ 'ਚ ਆ ਕੇ ਆਖਣ ਲੱਗੇ, ਮਹਾਰਾਜ ਇੱਥੇ ਬੰਦਸ਼ ਕੋਈ ਨਹੀਂ, ਇੱਥੇ ਦੁੱਖ ਕੋਈ ਨਹੀਂ, ਇੱਥੇ ਸੁੱਖ ਵੀ ਕੋਈ ਨਹੀਂ। ਜੇ ਦੁੱਖ ਹੈ ਤੇ ਸੁੱਖ ਵੀ ਹੈ, ਜੇ ਹਨੇਰਾ ਤੇ ਚਾਨਣ ਵੀ ਹੈ, ਜੇ ਚੰਗਾ ਤੇ ਮਾੜਾ ਵੀ ਹੈ। ਰੱਬ ਦੇ ਪਿਆਰੇ ਇਹਨਾਂ ਚੀਜ਼ਾਂ ਤੋਂ ਉੱਚੀਆਂ ਉੱਠ ਜਾਂਦੇ ਹੋ। ਕਹਿੰਦੇ ਨਾ ਕੋਈ ਵੈਰੀ, ਨਾ ਕੋਈ ਮਿੱਤਰ, ਨਾ ਕੋਈ ਚੰਗਾ, ਨਾ ਕੋਈ ਮਾੜਾ। ਜੇ ਮੈਨੂੰ ਕੋਈ ਸਭ ਤੋਂ ਬੁਰਾ ਲੱਗਦਾ ਉਹ ਹੈ ਮੈਂ। ਤੇ ਆਪਾਂ ਕੀ ਕਹਿੰਦੇ ਆ, ਜੇ ਦੁਨੀਆ 'ਚ ਕੋਈ ਚੰਗਾ ਤੇ ਉਹ ਵੀ ਮੈਂ। ਆਖੋ ਸਤਨਾਮ। ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਨਾਰਥ ਪੋਲ ਹੋ ਗਿਆ, ਇੱਕ ਸਾਊਥ ਪੋਲ ਹੋ ਗਿਆ। ਦਿਸ਼ਾਵਾਂ ਦਾ ਹੀ ਫਰਕ ਪੈ ਗਿਆ। ਬੰਦਗੀ ਵਾਲੇ ਕਹਿੰਦੇ ਕਬੀਰ ਸਭ ਤੇ ਹਮ ਬੁਰੇ। ਕਹਿੰਦੇ ਮੈਂ ਸਾਰਿਆਂ ਤੋਂ ਬੁਰਾ। ਚੰਗਾ ਕੌਣ ਹੈ? ਹਮ ਤਜ। ਤਜ ਕਹਿੰਦੇ ਛੱਡੋ, ਮੈਨੂੰ ਛੱਡ ਦਿਓ, ਭਲੂ ਸਭ ਕੋਈ। ਸਾਰੇ ਹੀ ਚੰਗੇ ਨੇ। ਜੇ ਦੁਨੀਆ ਵਿੱਚ ਕੋਈ ਬੁਰਾ ਵੇਖਣਾ ਉਹ ਮੈਂ ਆ। ਇੱਥੇ ਮੈਂ ਕਿਹੜੀ ਹੈ? ਨਿਮਰਤਾ ਵਾਲੀ। ਤੇ ਸਾਡੀ ਮੈਂ ਕਿਹੜੀ ਹੈ? ਉਹ ਮੇਰੇ ਵਰਗਾ ਚੰਗਾ ਹੀ ਕੋਈ ਨਹੀਂ। ਮੇਰੇ ਵਰਗਾ ਚੰਗਾ ਦੋਸਤ, ਮੇਰੇ ਵਰਗਾ ਚੰਗਾ ਸਲਾਹਕਾਰ, ਮੇਰੇ ਵਰਗਾ ਚੰਗਾ ਦਿਲਦਾਰ, ਮੇਰੇ ਵਰਗਾ ਦਾਨੀ, ਮੇਰੇ ਵਰਗਾ ਪਿਆਰਾ ਹੈ ਕੋਈ? ਸਾਡੀ ਹਉਮੈ ਸਾਨੂੰ ਇੱਥੇ ਲਈ ਖੜੀ ਹੈ। ਤੇ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਕਦੇ ਇਹ ਚੀਜ਼ਾਂ ਮੈਨੂੰ ਆਪਣੀਆਂ ਲੱਗਦੀਆਂ ਸੀ, ਅੱਜ ਮੈਨੂੰ ਆਪਣੀਆਂ ਨਹੀਂ ਲੱਗਦੀਆਂ। ਕਿਉਂਕਿ ਮੈਨੂੰ ਹੁਣ ਆਸ ਨਹੀਂ ਕੋਈ ਵੀ ਇਹ ਮੈਨੂੰ ਦੁੱਖ ਦੇਵੇਗਾ, ਆ ਮੈਨੂੰ ਸੁੱਖ ਦੇਵੇਗਾ। ਕਿਉਂਕਿ ਸੁੱਖ ਦੁੱਖ ਦੀਆਂ ਚੀਜ਼ਾਂ ਬੜੀਆਂ ਥੱਲੇ ਦੀਆਂ ਨੇ, ਬੜੀਆਂ ਨਾਜ਼ੁਕ ਨੇ। ਹੁਣ ਇੱਕ ਹਾਈ ਕਲਾਸ ਆਫੀਸਰ ਹੋਵੇ, ਕੋਈ IPS ਆਫੀਸਰ ਹੈ, ਉਹਨੂੰ ਕੀ ਪਤਾ ਹੈ ਵੀ ਸਿਪਾਹੀ ਦੀ ਡਿਊਟੀ ਵਿੱਚ ਕਿੰਨੇ ਦੁੱਖ ਨੇ। ਸਿਪਾਹੀ ਤੇ 8-8 ਘੰਟੇ ਡਿਊਟੀ ਕਰਦਾ, 10-10 ਘੰਟੇ ਡਿਊਟੀ ਕਰਦਾ ਹੈ। ਪਰ ਜਿਹੜਾ ਵੱਡਾ ਸੀਨੀਅਰ ਆਫੀਸਰ ਹੈ ਉਹ 1 ਘੰਟਾ ਬਹਿੰਦਾ ਹੈ। ਉਹ ਵੀ ਸਿਵਲ 'ਚ ਬੈਠਾ ਹੁੰਦਾ ਹੈ, ਡਰੈਸ ਪਾਵੇ ਨਾ ਪਾਵੇ, ਕਈ ਵਾਰ ਹੁਕਮ ਤੇ ਚੱਲਦਾ ਨਾ। ਉਹ ਛੋਟੇ ਦੇ ਦੁੱਖਾਂ ਨੂੰ ਨਹੀਂ ਜਾਣ ਸਕਦਾ ਕਿਉਂਕਿ ਉਹਨੇ ਸੁੱਖ ਮਾਣੇ ਆ। ਵੱਡੀਆਂ ਗੱਡੀਆਂ 'ਚ ਘੁੰਮਿਆ, ਉਹਨੂੰ ਕੀ ਪਤਾ ਧੁੱਪੇ ਕਿੱਦਾਂ ਖੜਨਾ ਹੈ, ਚੌਂਕ ਤੇ ਕਿੱਦਾਂ ਖੜਨਾ ਹੈ। ਇਸੇ ਤਰ੍ਹਾਂ ਜਦ ਬੰਦਗੀ ਦੇ ਰਾਹਾਂ ਤੇ ਕੋਈ ਆ ਜਾਂਦਾ ਹੈ, ਉਹ ਦੁਨਿਆਵੀ ਦੁੱਖਾਂ ਸੁੱਖਾਂ ਦੀ ਪਰਵਾਹ ਹੀ ਨਹੀਂ ਕਰਦਾ। ਕਹਿੰਦਾ ਮੈਂ ਇਹਨਾਂ ਤੋਂ ਕੀ ਲੈਣਾ, ਇਹ ਮੇਰੇ ਹੈ ਹੀ ਨਹੀਂ। ਨਾ ਧੀ ਮੇਰੀ, ਨਾ ਪੁੱਤ ਮੇਰਾ, ਨਾ ਪਰਿਵਾਰ ਮੇਰਾ, ਨਾ ਮਿੱਤਰ ਮੇਰੇ। ਆਪ ਜੀ ਨੇ ਪਿਛਲੇ ਦਿਨਾਂ 'ਚ ਸਾਰਾ ਸਰਵਣ ਕੀਤਾ। ਇਹੀ ਚੀਜ਼ਾਂ ਗੁਰੂ ਸਾਹਿਬ ਨੇ ਰਾਏ ਬੁਲਾਰ ਵਿੱਚੋਂ ਕੱਢ ਦਿੱਤੀਆਂ ਨੇ। ਉਹ ਕਹਿੰਦੇ ਸਭ ਸ੍ਰਿਸ਼ਟੀ ਹੈ, ਜਿਹੋ ਜੇ ਮੇਰੇ ਧੀ ਪੁੱਤ ਉਹੋ ਜਿਹਾ ਸੰਸਾਰ। ਅਸੀਂ ਮੰਨਦੇ ਹਾਂ? ਨਹੀਂ, ਅਸੀਂ ਕਹਿੰਦੇ ਹਾਂ ਮੇਰਾ ਪਰਿਵਾਰ, ਸਾਡੇ ਵਰਗਾ ਕੌਣ ਹੋ ਸਕਦਾ? ਮੇਰੇ ਬੱਚਿਆਂ ਵਰਗਾ। ਦੂਜੇ ਦੇ ਬੱਚਿਆਂ 'ਚ ਔਗਣ ਦਿਸਣਗੀ, ਬੁਰਾਈ ਦਿਸੇਗੀ। ਕਿਉਂ? ਕਿਉਂਕਿ ਅੰਦਰ ਦੀ ਹਉਮੈ ਸੌਣ ਨਹੀਂ ਦਿੰਦੀ। ਪਰ ਰਾਏ ਬੁਲਾਰ ਸਾਹਿਬ ਕਹਿੰਦੇ ਪਾਤਸ਼ਾਹ ਸਭ ਖੇਡਾਂ ਤੇਰੀਆਂ ਨੇ, ਤੁਹਾਡੀ ਰਜ਼ਾ ਨਾਲ, ਤੁਹਾਡੀ ਕਿਰਪਾ ਨਾਲ ਮੈਂ ਸਭ ਕੁਝ ਜਾਣਿਆ ਏ। ਅਬ ਮੈਂ ਆਤਮ ਰੂਪ ਪਛਾਨਾ, ਜਹ ਜਾਣੇ ਜਗ ਕੇ ਦੁਖੇ ਹਾਨਾ। ਅੱਜ ਮੈਂ ਆਪਣੀ ਆਤਮਾ ਦੇ ਰੂਪ ਨੂੰ ਪਛਾਣ ਲਿਆ ਤੇ ਦੁਨੀਆ ਦੇ ਦੁੱਖ ਮੈਨੂੰ ਇਦਾਂ ਦਿਸਦੇ ਆ ਜਿਵੇਂ ਸਾਹਮਣੇ ਪੱਥਰ ਪਿਆ ਹੋਵੇ। ਪਰ ਕਹਿੰਦੇ ਇਹਨਾਂ ਦੁੱਖਾਂ ਨੂੰ ਵੇਖ ਕੇ ਮੈਂ ਹੁਣ ਦੁਖੀ ਨਹੀਂ ਹਾਂ। ਜਦੋਂ ਮੈਂ ਸੰਸਾਰ ਦੇ ਪੱਧਰ ਤੇ ਜਿਉਂਦਾ ਸੀ, ਦੂਜੇ ਦਾ ਦੁੱਖ ਵੇਖ ਮੇਰਾ ਮਨ ਦੁਖੀ ਹੋ ਜਾਂਦਾ ਸੀ। ਦੂਜੇ ਦਾ ਸੁੱਖ ਦੇਖ ਮੈਨੂੰ ਨੀਂਦ ਨਹੀਂ ਸੀ ਆਉਂਦੀ। ਹਾਏ ਹਾਏ, ਇਹਦੇ ਕੋਲ ਏਡੀ ਵੱਡੀ ਗੱਡੀ, ਇਹਦੇ ਕੋਲ ਇੰਨਾ ਪੈਸਾ, ਇਹ ਇੰਨਾ ਅਮੀਰ, ਇਹਦੇ ਬੱਚੇ ਸੈਟਲ। ਕਦੋਂ ਹੁੰਦਾ ਹੈ? ਸੰਸਾਰੀ ਬਿਰਤੀ ਵਾਲੇ। ਤੇ ਰੱਬ ਦਾ ਪਿਆਰਾ ਬੰਦਗੀ ਵਾਲਾ ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਹਰ ਇੱਕ ਜੀਵ ਵੱਲ ਵੇਖ, ਰਸਨਾ ਚੋਂ ਇੱਕ ਹੀ ਸ਼ਬਦ ਨਿਕਲਦਾ ਹੈ, ਦਾਤਿਆ ਤੇਰਾ ਸ਼ੁਕਰ ਹੈ। ਆਖੋ ਸਤਨਾਮ। ਹਰ ਪਲ ਗੁਜ਼ਰਦਾ ਤੇਰੇ ਸ਼ੁਕਰਾਨੇ ਵਿੱਚ। ਅਸ ਪਰ ਘਰ ਕੋ ਸੁਣਿਆ ਉਪਦੇਸ਼ੋ, ਜਾਣਿਓ ਸਹਿਜ ਸਰੂਪ ਨਰੇਸ਼ੋ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਆਖਣ ਲੱਗੇ ਰਾਏ ਬੁਲਾਰ ਜੀ ਅੱਜ ਤੁਸੀਂ ਆਪਣੇ ਰੂਪ ਨੂੰ ਪਛਾਣਿਆ ਤੇ ਜਾਣਿਆ ਏ। ਤੁਸੀਂ ਕੌਣ ਹੋ? ਕਹਿੰਦੇ ਮਹਾਰਾਜ ਮੈਂ ਨਹੀਂ, ਕਛ ਹਾਉ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ।
ना मैं हाँ ना मेरा है ना मेरा कुछ होएगा, मेरी लज्जा रखियो, मेरी लाज रखियो, मैं ते तेरा हाँ। राय बुलार साहब कह रहे हैं, कहते है गुरु नानक साहब महाराज मैं सिर्फ ते सिर्फ तेरा हाँ ते तू मेरा है। असी दुनियावी तौर ते कहने आ वाहिगुरू दे घर सुख ने ते दुनिया विच दुख ने, मनदा किन्ना है। जिदन अपने ते दुख आया हुंदा ना, चीका मार के कहना हाय रब्बा तू मेरा क्यों माड़ा करता, मैं ते दो टाइम मत्था टेकण जांदा सी, मैं ते महल्ले दे 5 गुरुद्वारे नहीं छड्डे ते तू मेरा ही माड़ा करता। उदों किधर हुंदा है? उदों भी करया कर, तन ते दुख आया, तन ते सुख आया, घर परिवार विच कोई माड़ी घटना वरती, उदों भी शुक्र करके आखी दाता सब तेरी रजा, तेरा भाना, तेरा शुक्र है। ये तो विरला ही कहूगा ना कोई। गुरु नानक साहब महाराज कहते राय बुलार जी अज बड़ी गल, अज होई किरपा। कहते पातशाह किरपा तुसी कीती है। अगे कहते सी मैं राय बुलार, मेरा राज भाग, मेरे धी पुत सतगुरु जी मैनू दर्शन दे दिया करो आके। दर्शन तो अगे भी मंगते सी, की दर्शनां नाल कोई तर जांदा है? बाणी पढ़ो विचारो पता लग जाना। इत्थे ते वो भी लोग सी सारी सारी जिंदगी गुरु दे दर्शन करते रहे, गए फिर नरकां नूं। आखो सतनाम। बड़े लोग तुहानूं मिलणगे नाम सारी जिंदगी जपदे रहे, अंदरों हौमे नहीं गई, अंत वेले फिर दुखी। पर जिस ते गुरु की किरपा होगी ना, वो गरीबी विच उठ के भी बंदगी करता है, वो बादशाह हो के भी सिमरन च जुड़िया है, क्योंकि एकाग्र चित्त है, सहज आ गया, अंदर संतोख आ गया, काहल खत्म हो गई है। साडे चो काहल नहीं गई अजे, जग के पदार्थों की काहल साडे च किन्नी है। मैं अपने पक्ष का काम तो हुणे कर ला, जो दूजे ने काम कहता ना जा पानी का गिलास, कहता रुक जा 2 मिनट जरिया नहीं जाता। तो जे आप प्यास लगी होवे ते घरे नारद नचाया हुंदा पानी दे दो, कदों दा बैठा दिसदा नहीं, क्योंकि मैं हाँ हौमे खड़ी है। मेरा काम हो जाए तो छेती हो जाए, एकदम हो जाए, तो दूजे का 4 दिन लेट भी हो जाए। ये दुनियावी विरती है बंदे दी, हौमे हंकार वाली। राय बुलार साहब कहते महाराज मैनू तो सारे भले लगन लग गए आ, मैनू सब चंगे लगन लग गए। मैं जिथे भी देखदा गुरु नानक साहब पातशाह अगे मैनू तुसी दिसदे सी दूर बैठे, अज मैनू हर कंध दीवार विचों भी तुसी नज़र आउंदे हो। आखो सतनाम। ऐस अवस्था दे मालक राय बुलार साहब सतगुरां दा उपदेश पा के होए आ। उपदेश मनना पैंदा है, कमाउणा पैंदा है। ये नहीं मैं पाठ सुन लिया मेरा भला हो जाऊगा, किते ना किते माड़ा मोटा फर्क पैंदा है। जे यही हुंदा ना ते गुरु साहब नूं मन्ने दियां 4 पौड़ियां ना उचारनियां पैंदियां। पहलां कहंदे सुण, लास्ट विच मन्ने दी गल करदे आ। सुनिया सिद्ध पीर सुरनाथ पहलियां पौड़ियां ना। अगे की कहंदे आ मन्ने की गत कही ना जाए, जे को कहे पिछे पछताए। कहते जे कोई कह देना तू बहुत वड्डा, वो भी पछताउंदा, मैं तेनू वड्डा कहता ही ते मेरे छोटे शब्द ने वड्डा, तू ते बेअंत है। सुनिया मन्निया मन कीता भाओ, अंतरगत तीर्थ मल नाओ। महाराज कहते सुन के मनना पैना है। हुण मैं कहा मान लो जी मैं सुनिया गुरुद्वारा साहब कहते सी भी तीर्थां ते जाना चाहिए, किसी नूं माड़ा नहीं कहना चाहिए। सुनिया मैं मन भी लिया, तू मैनू 4 गालां कड्डियां, मैं माड़ा नहीं कहा। सच्ची गल है, मन्निया ना। अंदर की चलता है पुत कोई गल नहीं, अज बच गए हैं, कदे वक्त आऊ तैनू भी तारे विखावांगे। आखो सतनाम। टाइम आऊगा कदे ओही बंदा जिहड़ा साडा दुश्मन बनिया ना, उन्होंने साडे तक लोड़ पैगी, फिर लटका के गल्लां करदा, कहंदा देखिया फिर आ गया ना। हुण मैं तेनू उदों ही कहंदा सी ये की है, सुनिया भी है मन्निया भी है, पर अंदर भाव नहीं कीता, रब दा डर नहीं रखिया। ते हुण मैं कहां जी मैं ते 5 बाणियां भी पढ़दा, मैं ते गुरुद्वारे भी 2 टाइम जाना, कोई फर्क नहीं पैना जे मानी ना बदलिया। फिर ते गुरुद्वारा भी तेरे लिए आम गल है, जिवें आम कर उदां ही गुरु घर है। पर जिदन तेरे अंदर भावना आ गई ना, फिर की होएगा। घर करे अंदर धर्मसाल, होवे कीर्तन सदा वसोआ। तैनू हर घर धर्मशाल गुरुद्वारा लगेगा। अजे तो सानू गुरुद्वारा भी गुरुद्वारा नहीं लगता। आखो सतनाम। इत्थे भी आके वेखदे चादर किहो जी है, पर्दा किहो जा लाया है, चंदुआ किहो जा है, फलाना की करदा है, तू खड़ा कित्थे है, बैठा कित्थे है। ना रब च कमी, ना रब दे प्यारियां च कमी, कमियां तेरे च ने, तू अंदरों अजे भी काला है। इत्थे आके भी नहीं सुधरिया, इत्थे आके भी बदलिया नहीं। ये हालत है साडे जीवन दी। राय बुलार साहब कहते महाराज मैनू सारा कुछ ही चंगा लगता,
ਮੈਨੂੰ ਕੋਈ ਛੋਟਾ ਨਹੀਂ ਲੱਗਦਾ, ਮੈਨੂੰ ਕੋਈ ਗਰੀਬ ਨਹੀਂ ਲੱਗਦਾ, ਹੁਣ ਮੈਨੂੰ ਕੋਈ ਅਮੀਰ ਵੀ ਨਹੀਂ ਲੱਗਦਾ। ਕਿਉਂਕਿ ਦੁਨੀਆ ਦੇ ਸੁੱਖ ਕੀ ਨੇ? ਅਮੀਰਾਂ ਦੇ ਸੁੱਖ ਸਾਨੂੰ ਭਾਉਂਦੇ ਆ ਤੇ ਗਰੀਬਾਂ ਦੇ ਦੁੱਖ ਪਰੇਸ਼ਾਨ ਕਰਦੇ ਆ। ਪਰ ਨਾਮ ਜਪਣ ਵਾਲੇ ਨਾ ਸੁੱਖਾਂ ਪਿੱਛੇ ਭੱਜਦੇ ਤੇ ਨਾ ਦੁੱਖਾਂ ਤੋਂ ਡਰਦੇ ਨੇ। ਏਕ ਆਤਮਾ ਵਿਆਪਕ ਸਾਰੇ, ਹੁਤੋ ਭੇਦ ਸੋ ਦੂਰ ਨਿਵਾਰੇ। ਮਰਦ ਕਹਿੰਦੇ ਹੁਣ ਕਿਵੇਂ ਵੇਖਦੇ ਹੋ ਦੁਨੀਆ ਨੂੰ, ਕਿਹੜੀ ਨਜ਼ਰ ਨਾਲ ਤੱਕਦੇ ਹੋ? ਕਹਿੰਦੇ ਮਹਾਰਾਜ ਇੱਕ ਆਤਮਾ ਸਾਰਿਆਂ 'ਚ ਹੀ ਵਸੀ ਹੋਈ ਹੈ। ਅੱਗੇ ਮੈਨੂੰ ਫਰਕ ਲੱਗਦਾ ਸੀ ਵੀ ਮੈਂ ਵੱਖਰਾ, ਆਤਮਾ ਵੱਖਰੀ ਤੇ ਰੱਬ ਵੱਖਰਾ। ਤੇ ਜਦੋਂ ਤੱਕ ਸੁਣਿਆ ਨਹੀਂ, ਰਾਏ ਬੁਲਾਰ ਨੇ ਮੰਨਿਆ ਨਹੀਂ, ਮੰਨ ਕੇ ਵਿਚਾਰਿਆ ਨਹੀਂ, ਉਦੋਂ ਤੱਕ ਗੱਲ ਨਹੀਂ ਬਣੀ। ਭਾਵੇਂ ਉਹ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਕਿੱਡੇ ਵੱਡੇ ਭਾਗ ਨੇ, ਤੇ ਗੁਰੂ ਸਾਹਿਬ ਵੀ ਕਿੰਨਾ ਪਿਆਰ ਕਰਦੇ ਆ। ਫਿਰ ਇਹ ਕੀ ਰੌਲਾ ਪੈ ਗਿਆ ਜੀ? ਜਿਹਨੇ ਗੁਰੂ ਸਾਹਿਬ ਨੂੰ ਇੱਕ ਵਾਰ ਤੱਕਿਆ ਉਹ ਵੀ ਮੁਕਤ ਹੋ ਜਾਂਦਾ ਹੈ। ਤੇ ਰਾਏ ਬੁਲਾਰ ਸਾਹਿਬ ਸਾਰੀ ਜ਼ਿੰਦਗੀ ਮਹਾਰਾਜ ਦੇ ਦਰਸ਼ਨ ਕਰਦੇ ਮੁਕਤ ਨਹੀਂ ਨੇ। ਤੁਹਾਡੇ ਅੰਦਰ ਇਹ ਸਵਾਲ ਆਉਂਦਾ ਹੋਣਾ ਵੀ ਇੰਨੀ ਵਾਰ ਮਹਾਰਾਜ ਮਿਲੇ, ਇੰਨੀ ਵਾਰ ਕਿਹਾ ਤੂੰ ਮੇਰਾ ਰੂਪ ਅੱਜ ਕੀ ਹੈ? ਗੁਰੂ ਜਨਮਾਂ ਜਨਮਾਂ ਦੇ ਬੰਧਨ ਕੱਟਦੇ ਆ ਵੀ ਇਹ ਜਨਮ ਤੇ ਤੇਰਾ ਸਫਲ ਹੈ ਪਿਆਰਿਆ। ਕਿਤੇ ਸੂਖਸ਼ਮ ਈਗੋ। ਹੁਣ ਕੰਡਾ ਏ ਪੈਰ ਵਿੱਚ ਵੱਜਿਆ, ਨਹੀਂ ਕਢਵਾਇਆ, ਕਹਿੰਦੇ ਕੁਛ ਨਹੀਂ ਹੋਇਆ, ਪਤਾ ਨਹੀਂ ਲੱਗਦਾ। ਬੜੇ ਬਜ਼ੁਰਗ ਨੇ ਪੁੱਛ ਕੇ ਵੇਖੋ, ਕੰਡੇ ਵੱਜੇ ਹੋਏ 20-20 ਸਾਲਾਂ ਬਾਅਦ ਵੀ ਚੁੱਭਦੇ ਆ। ਬੱਚੀਆਂ ਹੋਈਆਂ ਸੱਟਾਂ ਤੇ ਜਿਨ੍ਹਾਂ ਦੇ ਲੱਗੀਆਂ ਗੋਲੀਆਂ, ਅੱਤ ਦੀ ਸਰਦੀ ਵਿੱਚ ਜਾ ਕੇ ਪੁੱਛੋ ਹੱਡੀਆਂ ਦੇ ਕੀ ਹਾਲ ਨੇ। 15-25 ਸਾਲਾਂ ਬਾਅਦ ਵੀ, 30 ਸਾਲਾਂ ਬਾਅਦ ਵੀ ਸੱਟ ਹਰੀ ਰਹਿੰਦੀ ਹੈ, ਉਹ ਜ਼ਖਮ ਭਰਦਾ ਹੀ ਨਹੀਂ। ਮਰਦ ਲਿਖਦੇ ਆ ਨਾ, ਜਿਉ ਜਿਉ ਚੱਲੈ ਚੁਭੈ ਦੁਖ ਪਾਵੈ, ਜਮਕਾਲ ਸਹਿ ਹੈ ਸਿਰ ਡੰਡਾ ਹੈ। ਕਹਿੰਦੇ ਜਮਾ ਦਾ ਡੰਡਾ ਵੀ ਸਿਰ ਤੇ ਤੇਰੇ ਵੱਜਣਾ ਤੇ ਜ਼ਖਮ ਵੀ ਤੇਰੇ ਅੰਦਰ ਹਉਮੈ ਦੇ ਰਹਿਣੇ, ਵੱਜਦੀ ਰਹਿਣੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕੇ ਅੱਜ ਨਿਹਾਲ ਹੋ ਗਏ। ਅੱਜ ਗੁਰੂ ਸਾਹਿਬ ਨੇ ਜਨਮਾਂ ਜਨਮਾਂ ਦੇ ਰੋਗ ਕੱਟਤੇ ਰਾਏ ਬੁਲਾਰ ਸਾਹਿਬ ਦੇ, ਜਿਹਨੂੰ ਕਹਿੰਦੇ ਮੁਕਤ, ਬਦੇ ਮੁਕਤ, ਜੀਵਨ ਮੁਕਤ। ਇੱਕ ਤੇ ਹੁੰਦਾ ਨਾ ਵੀ ਇੱਕ ਜਨਮ ਸਫਲਾ, ਵੀ ਆਹ ਜਨਮ ਸਫਲਾ ਕਰ ਲਿਆ, ਕੋਈ ਨਹੀਂ, ਅਗਲਾ ਜਨਮ ਮਰਦ ਸਿੱਖਾਂ ਦੇ ਘਰੇ ਭੇਜਦੀ, ਜਿੱਥੇ ਮਰਜ਼ੀ ਭੇਜਦੀ। ਪਰ ਰਾਏ ਬੁਲਾਰ ਸਾਹਿਬ ਨੂੰ ਕੀ ਮਹਾਰਾਜ ਨੇ ਕਿਹਾ? ਕਹਿੰਦੇ ਤੂੰ ਮੇਰਾ ਰੂਪ ਹੈ। ਉਹ ਕਹਿੰਦੇ ਮਹਾਰਾਜ ਮੈਂ ਸਦਾ ਹੀ ਤੇਰੇ ਨਾਲ ਰਹਿਣਾ। ਮਹਾਰਾਜ ਕਹਿੰਦੇ ਅਭੇਦ ਹੋ ਗਏ। ਹੁਣ ਗੁਰੂ ਨਾਨਕ ਸਾਹਿਬ ਦੇ ਵਿੱਚ ਕੋਈ ਕਮੀ ਹੈ, ਕੋਈ ਦੋਸ਼ ਹੈ? ਨਹੀਂ ਨਾ, ਪਵਿੱਤਰ ਨੇ ਨਾ ਉਹ। ਤੇ ਰਾਏ ਬੁਲਾਰ ਸਾਹਿਬ ਨੂੰ ਉਹਨਾਂ ਨੇ ਪਵਿੱਤਰ ਆਤਮਾ ਬਣਾਤਾ। ਕਹਿੰਦੇ ਪਾਤਸ਼ਾਹ ਅੱਜ ਮੈਂ ਆਪਣੀ ਆਤਮਾ ਨੂੰ ਪਛਾਣਿਆ, ਮੈਨੂੰ ਚਿੰਤਾ ਹੀ ਕੋਈ ਨਹੀਂ, ਮੈਨੂੰ ਦੁੱਖ ਹੀ ਕੋਈ ਨਹੀਂ। ਦੇਖੋ ਸਾਨੂੰ ਪੁੱਛੇ ਵੀ ਭਾਈ ਸਾਹਿਬ ਪਾਠ ਕਰਦੇ ਹੋ ਇੰਨੇ ਸਾਲਾਂ ਤੋਂ, ਬੜੀ ਬੰਦਗੀ ਕਰਦੇ ਹੋ, ਬੜਿਆਂ ਲੋਕਾਂ ਨੂੰ ਜੋੜਦੇ ਹੋ, ਕਿੰਨੇ ਕੁ ਸੁਖੀ ਹੋ? ਮੈਂ ਕਹਿੰਦਾ ਮੇਰੀ ਗੱਲ ਛੱਡੋ, ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਨਾ ਵੀ ਮੈਂ ਬਹੁਤ ਸੁਖੀ ਹਾਂ, ਰੱਬ ਤੋਂ ਡਰ ਕੇ ਕਹਿੰਦਾ 5 ਮਿੰਟ ਕੋਲ ਬਿਠਾ ਦਿਓ। ਇਹੋ ਜਿਹੇ ਸਵਾਲ ਪੁੱਛਾਂਗਾ, ਯਾਦ ਕਰੇਗਾ, ਨਾਸਾਂ 'ਚ ਧੂੰਆਂ ਨਿਕਲ ਆਉਣਾ ਵੀ ਮੈਂ ਸਾਰੀ ਜ਼ਿੰਦਗੀ ਇੰਨੇ ਮਾੜੇ ਕਰਮ ਕੀਤੇ, ਲੋਕਾਂ ਨੂੰ ਤੇ ਕਹਿੰਦਾ ਰਿਹਾ ਮੈਂ ਧਰਮੀ ਹਾਂ। ਭਾਈ ਨਹੀਂ, ਜਿਨ੍ਹਾਂ ਦੇ ਅੰਦਰ ਬੰਦਗੀ ਹੈ, ਜਿਨ੍ਹਾਂ ਦੇ ਅੰਦਰ ਸਹਿਜ ਹੈ, ਜਿਨ੍ਹਾਂ ਦੇ ਕੋਲੇ ਨਾਮ ਹੈ, ਉਹ ਉਹਨਾਂ ਲਈ ਫਰਕ ਕੀ ਹੈ ਨਜ਼ਰ ਦਾ? ਆਪਣਾ ਪੁੱਤ ਵੀ ਉਹੋ ਜਿਹਾ ਗੁਨਾਹਗਾਰ ਹੈ ਜਿਹੋ ਜਿਹਾ ਦੂਜੇ ਦਾ। ਸਮ ਨਜ਼ਰ, ਇਹਨੂੰ ਕਹਿੰਦੇ ਸਮ ਦ੍ਰਿਸ਼ਟ। ਰਾਏ ਬੁਲਾਰ ਸਾਹਿਬ ਐਸੇ ਸਮ ਦ੍ਰਿਸ਼ਟ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਲੈ ਕੇ ਹੋ ਗਏ। ਕਹਿੰਦੇ ਮਰ ਜਾ, ਮੈਨੂੰ ਦੁਨੀਆ ਝੂਠੀ ਵੀ ਲੱਗਦੀ ਤੇ ਦੁਨੀਆ 'ਚ ਵਸਿਆ ਤੂੰ ਵੀ ਦਿਸਦਾ ਹੈ। ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ, ਨਾ ਕਿਸੇ ਦਾ ਡਰ ਸਤਾਉਂਦਾ ਏ। ਕਰ ਬੁਲਾਰ ਕੋ ਭਲੇ ਨਿਹਾਲਾ, ਪੁਨਿਆਈ ਨਿਜ ਸਦਨ ਕਿਰਪਾਲਾ। ਉੱਠੇ ਨੇ ਗਰੀਬ ਨਵਾਜ, ਚਰਨਾਂ 'ਚ ਖੜਾਵਾਂ ਪਾਈਆਂ। ਰਾਏ ਬੁਲਾਰ ਸਾਹਿਬ ਚਰਨ ਨਹੀਂ ਛੱਡਦੇ। ਮਹਾਰਾਜ ਨੇ ਸੀਸ ਤੇ ਹੱਥ ਰੱਖ ਕੇ ਕਿਹਾ ਭਲਾ 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 ਜੀ। 3 ਸ਼ਬਦ ਕਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਨੂੰ ਚੱਲ ਪਏ। ਤੇ ਰਾਏ ਬੁਲਾਰ ਸਾਹਿਬ, ਸਤਿਗੁਰ ਕਹਿੰਦੇ ਅੱਜ ਤੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਲੋੜ ਨਹੀਂ ਹੈ। ਇਹ ਬੜੀਆਂ ਗਹਿਰੀਆਂ ਗੱਲਾਂ ਨੇ। ਧਰਮ ਕੀ ਹੈ? ਅੱਜ ਮਾਫ ਕਰਿਓ, ਮੇਰੇ ਵਰਗੇ ਲਈ ਧਰਮ ਸਿਰਫ ਤੇ ਸਿਰਫ ਸੱਚ ਹੈ। ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਇੱਕ ਧੰਦਾ ਏ ਅੱਜ ਦੇ ਸਮੇਂ। ਇਹੀ ਕਾਰਨ ਹੈ ਸੋਸ਼ਲ ਮੀਡੀਆ ਤੇ ਰੋਜ਼ ਕੀ ਵੇਖਦੇ ਆ, ਲੋਕ ਤੜਫਦੇ ਵੇਖਦੇ ਆ। ਕੋਈ ਸਿੱਖ ਦੀ ਸਾਰ ਪੁੱਛਦਾ? ਅਸੀਂ ਉਹਨਾਂ ਲੋਕਾਂ ਨੂੰ ਰੋਟੀਆਂ ਖਵਾਉਂਦੇ ਫਿਰਦੇ ਜਿਹੜੇ ਸਾਨੂੰ ਰੋਜ਼ ਗਾਲਾਂ ਕੱਢਦੇ, ਸਿੱਖਾਂ ਨੂੰ ਰੋਜ਼ ਹੁੰਦਾ ਨਾ। ਤੇ ਜਿਹੜੇ ਗਰੀਬ ਸਿੱਖ ਦਿਹਾੜੀਆਂ ਕਰਦੇ, ਕਦੇ ਕਿਸੇ ਨੇ ਸੋਚਿਆ ਵੀ ਆਪਣੇ ਘਰ ਮੈਂ ਰੋਟੀ ਖਾਣਾ, ਮੇਰੇ ਗਵਾਂਢ 'ਚ ਫਲਾਣਾ ਭੁੱਖਾ ਪਿਆ ਹੋਣਾ, ਮੈਂ ਜਾ ਕੇ ਪੁੱਛ ਕੇ ਤਾਂ ਆਵਾਂ? ਸਿਰਫ ਅੱਜ ਸਾਡੇ ਕੋਲ ਪਖੰਡ ਹੈ, ਦਿਖਾਵਾ ਏ। ਇਹ ਹਉਮੈ ਦੀ ਹੋੜ ਲੱਗੀ ਪਈ ਹੈ ਵੀ ਤੂੰ ਮੈਥੋਂ ਵੱਡਾ ਸਿੱਖ ਨਹੀਂ ਹੋ ਸਕਦਾ, ਮੈਥੋਂ ਵੱਧ ਪਾਠ ਤੂੰ ਨਹੀਂ ਕਰ ਸਕਦਾ, ਮੇਰੇ ਜਿੰਨਾ ਗੁਰਦੁਆਰੇ ਤੂੰ ਨਹੀਂ ਜਾ ਸਕਦਾ। ਜਾਓ ਨਾ ਜਾਓ ਕੋਈ ਫਰਕ ਨਹੀਂ ਪੈਣਾ, ਜੇ ਮਨ ਕਾਲਾ ਹੀ ਰਹਿਣਾ ਆਖੋ ਸਤਨਾਮ।
ਆ ਜਿੰਨੀ ਕਥਾ ਆਪਾਂ ਨੇ 5 ਦਿਨਾਂ ਤੋਂ ਵਾਚੀ ਹੈ, ਇਹ ਚ ਕੀ ਦਿਖਾਇਆ ਮਹਾਰਾਜ ਨੇ? ਸਤਿਗੁਰ ਕਹਿੰਦੇ ਮਨ ਦੀ ਕਾਲਖ ਛੱਡ, ਮਨ ਦੀ ਹੋਰਤਾ ਛੱਡ। ਸਾਡਾ ਹਾਲ ਕੀ ਹੈ? ਗੁਰੂ ਸਾਹਿਬ ਨੇ ਸਪਸ਼ਟ ਕਿਹਾ ਹੈ, ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਕਹਿੰਦੇ ਜਿਹੜੇ ਮਨ ਕਰਕੇ ਹੋਰ ਨੇ, ਜ਼ੁਬਾਨ ਕਰਕੇ ਹੋਰ ਨੇ, ਕਾਂਡੇ ਕੀ ਹੈ? ਕਹਿੰਦੇ ਉਹਨਾਂ ਦੇ ਕੰਢੇ ਕੱਚੇ ਆ। ਜਿਵੇਂ ਕੱਚੇ ਕੰਢਿਆਂ ਦਾ ਬਰਤਨ ਤੁਸੀਂ ਚੱਕੋਗੇ ਟੁੱਟ ਜਾਣਾ, ਕਿਸੇ ਕੰਮ ਨਹੀਂ ਨਾ। ਗੁਰੂ ਸਾਹਿਬ ਕਹਿੰਦੇ ਕੱਚੇ ਲੋਕ ਕੱਚੇ ਹੀ ਰਹਿਣਗੇ, ਕਿਸੇ ਵੀ ਧਰਮ 'ਚ ਆ ਜਾਣ। ਹੁਣ ਕੀ ਮਸੰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨਹੀਂ ਸੀ? ਤੁਸੀਂ ਸਾਰਾ ਇਤਿਹਾਸ ਸੁਣਿਆ ਹੈ। ਹੁਣ ਉਹ ਮਸੰਦ ਰੋਜ਼ ਮਰਜ਼ ਦੀ ਹਜ਼ੂਰੀ 'ਚ ਰਹਿੰਦੇ ਆ, ਰੋਜ਼ ਮੱਥੇ ਟੇਕਦੇ ਆ, ਸੇਵਾ ਕਰਦੇ ਆ, ਲੰਗਰਾਂ 'ਚ ਸੇਵਾ, ਸੰਗਤਾਂ ਦੀ ਸੇਵਾ। ਗਏ ਕਿੱਥੇ ਆ? ਗੁਰੂ ਸਾਹਿਬ ਨੇ ਆਪ ਜਿਉਂਦਿਆਂ ਨੂੰ ਕੜਾਹਿਆਂ 'ਚ ਸਾੜਿਆ, ਸਰੋਂ ਦੇ ਤੇਲ 'ਚ ਵਾਲ ਕੇ, ਗੁੜ ਦੇ ਵਿੱਚ ਉਗਾਲ ਕੇ। ਕਿੱਥੇ ਨੇ ਉਹ ਕਿਉਂ ਨਹੀਂ ਮੁਕਤ ਹੋਏ? ਗੁਰੂ ਦੇ ਹੱਥਾਂ ਤੋਂ ਮਰੇ। ਉਹ ਗੁਰੂ ਦੀ ਹਜ਼ੂਰੀ 'ਚ ਰਹਿੰਦੇ ਰਹੇ, ਉਹਨਾਂ ਵੀ ਸ੍ਰੀ ਸਾਹਿਬਾਂ ਪਾਈਆਂ, ਉਹ ਵੀ ਧਰਮ ਕਮਾਉਂਦੇ ਰਹੇ, ਪਰ ਕਿਤੇ ਨਾ ਕਿਤੇ ਮਨ ਕਾਲਾ ਸੀ। ਤਾਂ ਫਿਰ ਗੁਰੂ ਨੇ ਸੋਧੇ ਨੇ ਆਖੋ ਸਤਨਾਮ। ਤੇ ਜੇ ਮੈਂ ਸੋਚਾਂ ਮੈਂ ਧਰਮ ਦਾ ਲਿਬਾਸ ਪਾਇਆ ਮੈਂ ਬਚ ਜੂ, ਮੈਨੂੰ ਲਿਬਾਸ ਬਚਾ ਲੂ, ਨਾ। ਉੱਥੇ ਜਾਣਾ ਕੀ ਹੈ? ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ। ਮਰਦ ਕਹਿੰਦੇ ਆ ਕਰਤੂਤਾਂ ਨੇ ਤੇਰੀਆਂ ਬਾਹਰ ਦੇ ਦਿਖਾਵੇ। ਕਹਿੰਦੇ ਜਮਾਂ ਦੇ ਕੋਲ ਤੈਨੂੰ ਡੰਡ ਲੱਗਣਾ, ਉੱਥੇ ਰੱਬ ਦੇ ਨਾਮ ਤੋਂ ਬਿਨਾਂ ਇੱਕ ਤਿਲ ਮਾਤਰ ਵੀ ਕੁਛ ਨਹੀਂ ਜਾਣਾ। ਤਿਲ ਕਿੰਨਾ ਕੁ ਹੈ? ਬਿਲਕੁਲ ਛੋਟਾ ਹੈ। ਸਿਰਫ ਨਾਮ ਦੀ ਸਿਫਾਰਿਸ਼ ਆ, ਉੱਥੇ ਕਿਸੇ ਚੀਜ਼ ਦੀ ਸਿਫਾਰਿਸ਼ ਨਹੀਂ ਚੱਲਣੀ। ਤੇ ਨਾਮ ਕਿਹਨੇ ਜਪਣਾ? ਹਿਰਦੇ ਨੇ, ਮਨ ਨੇ। ਤੇ ਜਿਹਦਾ ਮਨ ਨਾਮ ਜਪਦਾ ਉਹ ਮਨ ਇੱਕ ਦਿਨ ਪਰਮਾਤਮਾ ਦਾ ਸਰੂਪ ਹੋ ਕੇ ਆਤਮਾ 'ਚ ਭੇਦ ਹੋ ਜਾਂਦਾ। ਰਾਏ ਬੁਲਾਰ ਸਾਹਿਬ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਬੜੇ ਖੁਸ਼ ਨੇ। ਹੁਣ ਜਿੱਥੇ ਚੌਂਕੜਾ ਲੱਗਾ ਉੱਥੇ ਹੀ ਨਾਨਕ ਨਾਨਕ ਦਿਸਦੇ ਆ, ਰਸਨਾ ਵੀ ਉਹੀ ਬੋਲਦੀ, ਰੋਮ ਰੋਮ 'ਚੋਂ ਬੰਦਗੀ ਦੀ ਆਵਾਜ਼ ਆਉਂਦੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਕੇ ਘਰ ਨੂੰ ਆ ਗਏ। ਭਾਈ ਬਾਲਾ ਤੇ ਮਰਦਾਨਾ ਜੀ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲੇ ਨੇ। ਮਨਹੁ ਗਿਆਨ ਕੋ ਤਰਨ ਬਿਰਾਜੈ, ਜਿਹ ਕੀ ਦਰਸ਼ਨ ਕਲਮਲ ਭਾਂਜੈ। ਉਹੀ ਰਾਏ ਬੁਲਾਰ ਸਾਹਿਬ ਚੌਂਕੜਾ ਮਾਰ ਕੇ ਬੁਢਾਪੇ 'ਚ ਬੈਠੇ ਰਹਿੰਦੇ ਆ। ਕਹਿੰਦੇ ਸਰੀਰ ਦੀ ਬਜ਼ੁਰਗਤਾ ਖਤਮ ਹੋ ਗਈ, ਕਿਤੇ ਪੱਦੇ ਹੋਏ ਸੀ ਨਾ, ਮੈਥੋਂ ਤੁਰਿਆ ਨਹੀਂ ਜਾਂਦਾ, ਮੈਥੋਂ ਬੋਲਿਆ ਨਹੀਂ ਜਾਂਦਾ, ਮੈਥੋਂ ਵੇਖਿਆ ਨਹੀਂ ਜਾਂਦਾ, ਤੁਸੀਂ ਆ ਜਾਓ ਚੱਲ ਕੇ। ਸਰੀਰ ਜਕੜਿਆ ਸੀ ਕਿਹਨੇ? ਮਾਇਆ ਨੇ। ਅੱਜ ਜਦੋਂ ਮਾਇਆ ਉਸ ਸਰੀਰ 'ਚੋਂ ਨਿਕਲ ਗਈ, ਆਤਮਾ ਨਾਲ ਅਟੈਚ ਹੋ ਗਏ, ਪੈਚਅਪ ਹੋ ਗਿਆ। ਹੁਣ ਕੀ ਹੋਇਆ? ਫਿਰ ਬਾਣੀ ਲਿਖਦੀ ਗੁਰਮੁਖ ਬੁੱਢੇ ਕਦੇ ਨਹੀਂ। ਕੌਣ ਬੁੱਢੇ ਨਹੀਂ? ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਨੂੰ ਆਪਣੀ ਸੁਰਤ ਦਾ ਗਿਆਨ ਹੋ ਗਿਆ, ਉਹ ਕਦੇ ਬੁੱਢੇ ਨਹੀਂ। ਇੱਥੇ ਤੇ ਮੇਰੇ ਵਰਗਾ 80 ਸਾਲਾਂ ਦਾ ਹੋ ਕੇ ਨਾ ਜੇ ਦਾੜੀ ਚੱਟੀ ਆ, ਥੋੜਾ ਜਿਹਾ ਭੱਜ ਨੱਠ ਲੈਂਦਾ, ਕਹਿੰਦੇ ਬਾਬਾ ਜੀ ਤੁਸੀਂ ਬੁੱਢੇ ਨਹੀਂ ਹੋਏ। ਕਹਿੰਦਾ ਲੈ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਹੀਂ। ਉਹ ਸਾਡਾ ਭਲਾ ਕਿੱਥੇ ਹੋਊ? ਅਸੀਂ ਬਾਣੀ ਨੂੰ ਆਪਣੇ ਤੇ ਲਾਈ ਫਿਰਦੇ ਹਾਂ। ਕਿਹੜੀ ਅਵਸਥਾ 'ਚ ਗੁਰੂ ਸਾਹਿਬ ਉਚਾਰਦੇ ਆ? ਇਹ ਤੇ ਰਾਏ ਬੁਲਾਰ ਸਾਹਿਬ ਬਾਬਾ ਬੁੱਢਾ ਜੀ ਵਰਗੇ, ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖਾਂ ਲਈ ਬਚਨ ਨੇ, ਜਿਨ੍ਹਾਂ ਨੇ ਆਪਣਾ ਜੀਵਨ ਕਮਾਇਆ। ਓਏ ਅਸੀਂ ਤੇ ਉਹਨਾਂ ਦੇ ਪੈਰਾਂ ਦੀ ਜੁੱਤੀ ਦਾ ਧੋਣ ਵੀ ਨਹੀਂ ਆ। ਮਾਣ ਕਰੀ ਫਿਰਦੇ ਆ। ਨਿਮਰਤਾ ਚਾਹੀਏ, ਨੀਵੇਂ ਹੋ ਜਾਈਏ। ਸਿੱਖੀ ਤੇ ਉਹਨਾਂ ਕਮਾਈ ਜਿਹੜੇ ਜੀਵਨ 'ਚ ਨੀਵੇਂ ਹੋ ਕੇ ਚੱਲੇ। ਆਕੜ ਵਾਲਿਆਂ ਤੇ ਗੁਰੂ ਸਾਹਿਬ ਨੇ ਸਦਾ ਹੀ ਝਾੜੇ ਆ, ਸਦਾ ਹੀ ਲਤਾੜੇ ਆ। ਅੱਜ ਗੁਰੂ ਨਾਨਕ ਸਾਹਿਬ ਦਾ ਸਰੂਪ ਕਹਿੰਦੇ ਰਾਏ ਬੁਲਾਰ ਜੀ ਨੂੰ ਆਪਣੇ ਆਪ 'ਚ ਦਿਸਦਾ। ਹੁਣ ਰਾਏ ਬੁਲਾਰ ਗੁਰੂ ਨਾਨਕ ਨੇ, ਦੋਨਾਂ ਵਿੱਚ ਫਰਕ ਕੋਈ ਨਹੀਂ। ਇਤਕ ਦਿਵਸ ਇਸ ਭਾਂਤ ਬਿਤਾਏ, ਸ਼ੁਭ ਮਗ ਦੇਨ ਜਗਤ ਜੋ ਆਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਕੁਛ ਕੁ ਦਿਨ ਇਦਾਂ ਹੀ ਬਤੀਤ ਕੀਤੇ, ਸੁਭਾਵਕ। ਗਏ ਨਹੀਂ ਵਾਪਸ ਏਮਨਾਬਾਦ ਜਾਂ ਕਿਤੇ ਹੋਰ, ਆਏ ਸੀ 1-2 ਦਿਨਾਂ ਵਾਸਤੇ। ਹੁਣ ਮਸਤ ਰਹਿੰਦੇ ਆ, ਆਪਣੇ ਆਪ 'ਚ ਰਹਿੰਦੇ ਆ। ਜਿਨ੍ਹਾਂ ਨੇ ਰਾਏ ਬੁਲਾਰ ਵਰਗੇ ਰਾਜਿਆਂ ਨੂੰ ਆਨੰਦ ਦੇਤਾ, ਆਪ ਕਿਹੜੇ ਆਨੰਦ 'ਚ ਰਹਿੰਦੇ ਹੋਣੇ? ਉਹੀ ਆਨੰਦ ਹੈ ਜਿਹਨੂੰ ਪਿਤਾ ਜੀ ਨਹੀਂ ਸਮਝਦੇ। ਉਹੀ ਆਨੰਦ ਹੈ ਜਿਹਨੂੰ ਸਤਿਗੁਰਾਂ ਦੇ ਮਿੱਤਰ ਨਹੀਂ ਸੀ ਸਮਝਦੇ। ਉਹ ਆਨੰਦ ਕਿਹੜਾ, ਰਸ ਕਿਹੜਾ ਹੈ? ਕਿਉਂਕਿ ਜਿਹੜੇ ਆਨੰਦ ਵਿੱਚ ਗੁਰੂ ਨਾਨਕ ਸਾਹਿਬ ਵਿਚਰਦੇ ਆ ਨਾ, ਉਹ ਆਪ ਪਰਮਾਤਮਾ ਪਰਮੇਸ਼ਵਰ ਸੀ। ਉਹ ਦੁਨੀਆ ਨੂੰ ਉਹ ਆਨੰਦ ਵੰਡਣ ਆਏ ਆ। ਰਾਏ ਭੋਏ ਦੀ ਤਲਵੰਡੀ ਦੇ ਕੁਝ ਸਾਧੂ ਲੋਕ, ਫਕੀਰ ਲੋਕ ਸਤਿਗੁਰਾਂ ਨੂੰ ਮਿਲਣ ਆਉਂਦੇ ਆ। ਜਿਹੜਾ ਅੰਦਰੋਂ ਮਿਲਦਾ ਤੇ ਸਤਿਗੁਰੂ ਕਿਰਪਾ ਕਰ ਦਿੰਦੇ ਆ, ਰਹਿਮਤ ਕਰ ਦਿੰਦੇ ਆ। ਰਹਿਮਤਾਂ ਦੇ ਨਾਲ ਅੱਜ ਬੜਿਆਂ ਨੂੰ ਨਵਾਜ਼ਦੇ ਨੇ। ਕਮਲ ਬਦਨ ਇੱਕ ਦਿਨ ਨਿਜ ਸਦਨਾ,
ਓੜ ਸੈਨ ਕੀਆ ਦੋਖ ਨਿਕਦਨਾ। ਹਰ ਰੋਜ਼ ਸੱਚੇ ਪਾਤਸ਼ਾਹ ਦਿਨ ਦਿਹਾੜੇ ਜੰਗਲਾਂ 'ਚ ਆ ਜਾਂਦੇ ਆ, ਰਾਤ ਨੂੰ ਆਰਾਮ ਕਰਨ ਘਰੇ ਆਉਂਦੇ ਆ। ਕਹਿੰਦੇ ਕਈ ਦਿਨ ਇਦਾਂ ਹੀ ਬਤੀਤ ਹੋ ਗਏ, 10 ਕੁ ਦਿਨ। ਇੱਕ ਦਿਨ ਗੁਰੂ ਨਾਨਕ ਸਾਹਿਬ ਜੰਗਲ ਨਾ ਗਏ। ਗਰਮੀ ਜੀ ਦਾ ਸਮਾਂ, ਅੱਤ ਦੀ ਗਰਮੀ ਪੈ ਰਹੀ ਹੈ। ਗੁਰੂ ਸਾਹਿਬ ਨੇ ਨਾ ਚਿੱਟੀ ਚਾਦਰ ਓੜੀ, ਵਿਹੜੇ 'ਚ ਇੱਕ ਪਾਸੇ ਜਾ ਕੇ ਪੈ ਗਏ। ਪਲੰਗੇ ਤੇ ਪਏ ਆ, ਸਿਰ ਤੋਂ ਲੈ ਕੇ ਪੈਰਾਂ ਤੱਕ ਚਾਦਰ ਨਾਲ ਕੱਜਿਆ। ਮਾਂ ਤ੍ਰਿਪਤਾ ਨੇ ਵੇਖਿਆ, ਚੱਲ ਸ਼ੁਕਰ ਅੱਜ ਮੇਰਾ ਪੁੱਤ ਸੁੱਤਾ ਪਿਆ, ਘਰ ਤੇ ਹੈ, ਬਾਹਰ ਤੇ ਨਹੀਂ ਗਿਆ। ਦੁਪਹਿਰਾ ਹੋਣ ਵਾਲਾ ਸੀ, 12 ਕੁ ਵਜੇ ਦਾ ਸਮਾਂ। ਮਾਂ ਤ੍ਰਿਪਤਾ ਬੜੀ ਖੁਸ਼ ਹੈ, ਬੜੀ ਪ੍ਰਸੰਨ, ਸ਼ੁਕਰ ਹੈ ਪੁੱਤ ਘਰ ਰਹਿਣ ਲੱਗ ਗਿਆ। ਕਿਉਂਕਿ ਅੱਜ ਪਹਿਲੇ ਦਿਨ ਪਏ ਮਹਾਰਾਜ, ਨਹੀਂ ਤੇ ਰਹਿੰਦੇ ਨਹੀਂ ਸੀ, ਸਾਰਾ ਦਿਨ ਜੰਗਲ 'ਚ ਬਤੀਤ ਕਰਨਾ, ਰਾਤ ਨੂੰ ਆਰਾਮ ਕਰਨ ਆਉਂਦੇ ਸੀ ਮੁਸਾਫਰਾਂ ਵਾਂਗੂ। ਅੱਜ ਜਦੋਂ ਸੱਚੇ ਪਾਤਸ਼ਾਹ ਚਾਦਰ ਓੜ ਕੇ ਪਏ, ਕਈ ਘੰਟੇ, ਸੁੱਤਾ ਸ਼ਬਦ ਵੀ ਨਹੀਂ ਵਰਤ ਸਕਦੇ ਗੁਰੂ ਸਾਹਿਬ ਲਈ। ਚਲੋ ਸਰੀਰ ਸੌਂਦਾ ਹੈ, ਰੂਹ ਤੇ ਆਤਮਾ ਨਹੀਂ ਸੌਂਦੀ। ਵਿਸ਼ਰਾਮ ਕਰ ਰਹੇ ਨੇ ਪਾਤਸ਼ਾਹ, ਸੋ ਰਹੇ ਆ, ਆਨੰਦ ਵਿੱਚ ਨੇ, ਸਰੀਰ ਵਿੱਚ ਕੋਈ ਹਿਲ ਜੁਲ ਨਹੀਂ ਹੈ, ਬੜੇ ਰਸ ਵਿੱਚ ਮਗਨ ਸਨ। 1 ਘੰਟਾ ਬਤੀਤ ਹੋ ਗਿਆ। ਮਾਂ ਨੂੰ ਫਿਕਰ ਪਿਆ, ਪੁੱਤ ਮੇਰੇ ਨੇ ਸਵੇਰ ਦਾ ਕੁਝ ਖਾਧਾ ਹੀ ਨਹੀਂ, ਦੁਪਹਿਰ ਦੀ ਰੋਟੀ ਵਿੱਚ ਵੀ ਸਮਾਂ ਲੱਗ ਜਾਣਾ ਹੈ। ਜੇ ਇਹਨੂੰ ਜਗਾ ਦਿੱਤਾ ਕਿਤੇ ਇਹ ਨਾ ਹੋਵੇ ਉੱਠ ਕੇ ਜੰਗਲ ਨੂੰ ਫੇਰ ਲੰਘ ਜੇ। ਇਸ ਲਈ ਮਾਂ ਨੇ ਜਗਾਇਆ ਹੀ ਨਹੀਂ, ਵੀ ਐਸੇ ਜਗਾਉਣ ਨਾਲੋਂ ਤੇ ਸੁੱਤਾ ਹੀ ਚੰਗਾ। ਆਖੋ ਸਤਨਾਮ, ਘਰ ਤੇ ਹੈ ਪੁੱਤ ਮੇਰਾ। ਗੁਰੂ ਨਾਨਕ ਸਾਹਿਬ ਮਹਾਰਾਜ ਸੁਭਾਵਿਕ ਹੀ ਅੱਜ, ਅੱਗੇ ਕਦੇ ਨਹੀਂ ਇਦਾਂ ਪਏ, ਆਰਾਮ 'ਚ ਪਏ ਆ। ਬੜੀ ਦੇਰ ਸਮਾਂ ਬਤੀਤ ਹੋ ਗਿਆ ਏ। ਤਹਿ ਛਿਨ ਅਸਨ ਹੋਤ ਪਤਿਆਰਾ, ਸਵਾਦ ਸਰਸ ਨਾਨਾ ਪ੍ਰਕਾਰਾ। ਅੱਜ ਜਦੋਂ ਸਤਿਗੁਰ ਘਰ ਨੇ ਤੇ ਮਾਂ ਨੂੰ ਬੜੀ ਖੁਸ਼ੀ ਹੋਈ, ਵੀ ਕਿਉਂ ਨਾ ਜੇ ਪੁੱਤ ਮੇਰਾ ਘਰੇ ਆ ਤੇ ਮੈਂ ਇਹਦੇ ਪਸੰਦ ਦੀਆਂ ਚੀਜ਼ਾਂ ਬਣਾਵਾਂ। ਮਾਤਾ ਜੀ ਨੇ ਕਈ ਪ੍ਰਕਾਰ ਦੇ ਭੋਜਨ ਬਣਾ ਲਏ, ਦਹੀਂ ਚਾਵਲ, ਫੁਲਕਾ ਕੋਧਰੇ ਦਾ, ਹੋਰ ਕਈ ਚੀਜ਼ਾਂ। ਕਹਿੰਦੇ ਉਸ ਭੋਜਨ ਦੀਆਂ ਮਹਿਕਾਂ ਆ ਰਹੀਆਂ ਸੀ ਸਾਰੇ ਵਿਹੜੇ ਵਿੱਚ। ਤੇ ਮਾਤਾ ਜੀ ਨੂੰ ਬੜੀ ਖੁਸ਼ੀ ਹੈ ਵੀ ਅੱਜ ਮੇਰਾ ਪੁੱਤ ਮੇਰੀਆਂ ਅੱਖਾਂ ਸਾਹਵੇ ਬਹਿ ਕੇ ਭੋਜਨ ਛਕੂ ਤੇ ਮੇਰੇ ਅੰਦਰ ਨੂੰ ਤ੍ਰਿਪਤੀ ਆਜੂ। ਮਾਫ ਕਰਿਓ, ਇਹ ਕੋਈ ਦੁਨਿਆਵੀ ਪੁੱਤ ਨਹੀਂ ਤੇ ਨਾ ਦੁਨਿਆਵੀ ਮਾਂ ਏ, ਤੇ ਨਾ ਇੱਥੇ ਕੋਈ ਮੋਹ ਦੀ ਗੱਲ ਚੱਲ ਰਹੀ ਹੈ। ਕਈ ਵਾਰ ਨਾ ਅਸੀਂ ਗੁਰੂ ਦੀ ਕਥਾ ਸੁਣ ਕੇ ਆਪਣੇ ਪਰਿਵਾਰ 'ਚ ਹੀ ਘੁੰਮਦੇ ਫਿਰਦੇ ਹੁੰਦੇ ਆ, ਵੀ ਇੱਥੇ ਮਾਂ ਨੇ ਆਪਣੇ ਪੁੱਤ ਦਾ ਜ਼ਿਕਰ ਕੀਤਾ, ਮਾਂ ਨੂੰ ਆਪਣਾ ਪੁੱਤ ਚੇਤੇ ਆਈ ਜਾਂਦਾ। ਸੁਣਦੇ ਗੱਲ ਗੁਰੂ ਦੀਆਂ, ਵੜ ਕੇ ਫੇਰ ਮੋਹ 'ਚ। ਬਚੀਏ ਮੋਹ ਤੋਂ, ਨਿਕਲੀਏ ਮੋਹ ਤੋਂ, ਇਹ ਗੁਰੂ ਸਾਹਿਬ ਕੱਢਦੇ ਆ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਰਾਮ 'ਚ ਪਏ, ਮਾਂ ਨੇ ਆਵਾਜ਼ ਮਾਰੀ, ਪੁੱਤ ਰੋਟੀ ਖਾ ਲੈ। ਰੱਬ ਨੇ ਸੁਣੀ ਨਾ, ਪਰਮਾਤਮਾ ਨੇ ਸੁਣੀ ਨਾ, ਗੁਰੂ ਨਾਨਕ ਸਾਹਿਬ ਨੇ। ਮਗਨ ਪਏ ਆ ਜਿਵੇਂ ਕੋਈ ਘੂਕ ਨੀਂਦ ਵਿੱਚ ਥੱਕਿਆ ਰਾਹੀ ਮੁਸਾਫਰ ਸੁੱਤਾ ਹੋਵੇ। ਮਾਤਾ ਜੀ ਨੇ ਫਿਰ ਦੂਜੀ ਆਵਾਜ਼ ਮਾਰੀ, ਪੁੱਤ ਰੋਟੀ ਠੰਡੀ ਹੋ ਜਾਣੀ। ਇਹ ਹਰ ਮਾਂ ਦਾ ਸੁਭਾਅ ਹੁੰਦਾ, ਧੀ ਹੋਵੇ ਪੁੱਤ ਹੋਵੇ। ਮਾਂ ਇੱਕ ਤੇ ਚੁੱਲ੍ਹਾ ਅੰਦਰ ਮੱਚਦਾ, ਇੱਕ ਮਾਂ ਮੱਚੀ ਜਾਂਦੀ ਹੈ। ਪੁੱਤ ਰੋਟੀ ਖਾ ਲਾ ਛੇਤੀ ਠੰਡੀ ਹੋ ਜੂ, ਰੋਟੀ ਖਾ ਲਾ ਛੇਤੀ ਠੰਡੀ ਹੋ ਜੂ, ਇਹ ਹਰ ਮਾਂ ਦਾ ਸੁਭਾਅ। ਪਰ ਇੱਥੇ ਮਾਂ ਤ੍ਰਿਪਤਾ ਚਾਹੁੰਦੀ ਸੀ ਮੇਰਾ ਪੁੱਤ ਅੱਜ ਭੋਜਨ ਛਕ ਲੈ, ਪਤਾ ਨਹੀਂ ਫਿਰ ਕਦ ਛਕਣਾ ਨਹੀਂ ਛਕਣਾ। ਇਹ ਰਜਾ ਦੇ ਮਾਲਕ ਨੇ ਆਪਣੀ ਦੇ। ਦੂਜੀ ਆਵਾਜ਼ ਮਾਤਾ ਤ੍ਰਿਪਤਾ ਜੀ ਨੇ ਉੱਚੀ ਦੇਣੇ ਮਾਰੀ। ਗੁਰੂ ਨਾਨਕ ਸਾਹਿਬ ਜੀ ਤੇ ਘੂਕ ਨੀਂਦ ਵਿੱਚ ਨੇ, ਉਹਨਾਂ ਆਵਾਜ਼ ਸੁਣੀ ਨਾ। ਪਾਕਸ਼ਾਲ ਮਹਿ ਤ੍ਰਿਪਤਾ ਮਾਤਾ, ਬਿੰਜਨ ਕਰਵਾਏ ਤੇ ਤਾਤਾ। ਹੁਣ ਮਾਤਾ ਜੀ ਨੇ ਸੋਚਿਆ ਵੀ ਪੁੱਤ ਮੇਰਾ ਉੱਠ ਕੇ ਆਪ ਹੀ ਆ ਜਾਣਾ। 2 ਆਵਾਜ਼ਾਂ ਮਾਰਤੀਆਂ, ਹੋ ਸਕਦਾ ਕਈ ਵਾਰ ਹੁੰਦਾ ਨਾ ਬੰਦਾ ਉੱਠਿਆ ਹੁੰਦਾ ਘੇਸਲ ਜੀ ਮਾਰ ਕੇ ਪਿਆ ਹੁੰਦਾ। ਮਾਤਾ ਜੀ ਨੇ ਬੜੇ ਸੋਹਣੇ ਪਿੱਤਲ ਦੇ ਭਾਂਡਿਆਂ ਵਿੱਚ ਸਤਿਗੁਰਾਂ ਦੇ ਵਾਸਤੇ ਨਾ ਭੋਜਨ ਪਰੋਸ ਦਿੱਤਾ ਤੇ ਕਾਂਸ਼ੀ ਦੇ ਬਰਤਨ ਵਿੱਚ ਲੱਸੀ ਪਾ ਦਿੱਤੀ। ਵੇਖਿਆ 5 ਮਿੰਟ 10 ਮਿੰਟ ਮਰਜ ਨਹੀਂ ਆਏ। ਮਾਂ ਨੇ ਫੇਰ ਆਵਾਜ਼ ਮਾਰੀ, ਪੁੱਤ ਰੋਟੀ ਠੰਡੀ ਹੋ ਜਾਣੀ ਆ, ਵੇਖ ਤੇਰੇ ਪਦਾਰਥ ਬਣਾਏ ਮਿੱਠੇ ਭੋਜਨ ਤੇਰੇ ਲਈ, ਤੂੰ ਜੋ ਬਚਪਨ 'ਚ ਪਸੰਦ ਕਰਦਾ ਸੀ। ਤੀਜੀ ਆਵਾਜ਼ ਵੀ ਸੱਚੇ ਪਾਤਸ਼ਾਹ ਤੱਕ ਨਾ ਪਹੁੰਚੀ, ਕਿਉਂਕਿ ਉਹ ਸਰੀਰਕ ਤੌਰ ਤੇ ਪਏ ਨੇ, ਅੰਦਰ ਪਤਾ ਨਹੀਂ ਕਿੱਥੇ ਨੇ। ਹੁਣ ਮਾਤਾ ਜੀ ਨੂੰ ਥੋੜੀ ਜਿਹੀ ਖਿਝ ਚੜ ਗਈ ਵੀ ਕੀ ਬਣਨਾ ਇਹੋ ਜਿਹੇ ਨਿਆਣਿਆਂ ਦਾ, ਰੋਟੀ ਪਕਾ ਕੇ ਕੀ ਖਾਣੀ ਹੈ ਤੇ ਪੱਕੀ ਨਹੀਂ ਖਾਂਦੇ। ਆਖੋ ਸਤਨਾਮ। ਅੱਜ ਵੀ ਸਾਰੇ ਮਾਂ-ਬਾਪ ਤਾਈਓ ਦੁਖੀ ਆ ਨਾ, ਤਾਨੇ ਮਾਰਦੇ ਰਹਿੰਦੇ, ਕਹਿੰਦੇ ਤੁਹਾਡਾ ਤੇ ਬਣੀ ਬਣਾਈ ਰੋਟੀ ਤੁਸੀਂ ਖਾ ਨਹੀਂ ਸਕਦੇ, ਜਿੱਦਣ ਮਾਂ ਮਰ ਗਈ ਉਦਣ ਪਤਾ ਲੱਗੂ ਰੋਟੀ ਕਿੱਦਾਂ ਲੰਘਦੀ ਹੈ। ਅੱਜ ਵੀ ਬੋਲਦੀਆਂ ਮਾਂ,
ਮਾਂ ਤ੍ਰਿਪਤਾ ਨੇ ਤੀਜੀ ਆਵਾਜ਼ ਮਾਰੀ, ਨਾਨਕ ਜੀ ਪੁੱਤਰ ਆ ਜਾਓ, ਰੋਟੀ ਖਾ ਲਓ, ਫੁਲਕਾ ਠੰਡਾ ਹੁੰਦਾ ਏ। ਇਕ ਦਾਸੀ ਸੋ ਨਿਕਟ ਬਲਾਈ, ਕਹੈ ਕਿ ਸੁਤ ਕੋ ਆਨ ਜਗਾਈ। ਜਦੋਂ ਸਤਿਗੁਰ ਨਾ ਜਾਗੇ, ਦੁਪਹਿਰ ਦਾ ਸਮਾਂ 12 ਵਜੇ, ਕੌਣ ਸੌਂਦਾ ਇਸ ਵੇਲੇ? ਮਾਤਾ ਜੀ ਨੇ ਨਾ ਤੁਲਸਾਂ ਦਾਸੀ ਨੂੰ ਆਵਾਜ਼ ਮਾਰੀ, ਸੇਵਾਦਾਰ ਨੂੰ। ਹੁਣ ਤੁਸੀਂ ਸੋਚੋਗੇ ਵੀ ਥੋੜੇ ਦਿਨ ਪਹਿਲਾਂ ਤੇ ਤੁਲਸਾਂ ਦਾਸੀ ਸੁਲਤਾਨਪੁਰ ਲੋਧੀ ਸੀ, ਇੱਥੇ ਕਿਵੇਂ ਆ ਗਈ? ਡਬਲ ਰੋਲ? ਨਹੀਂ, ਤੁਲਸਾਂ ਦਾਸੀ ਇਸ ਘਰ ਦੀ ਦਾਸੀ ਹੈ। ਉਹ ਕਦੇ ਭੈਣ ਨਾਨਕੀ ਜੀ ਕੋਲ ਸਮਾਂ ਬਤੀਤ ਕਰ ਆਉਂਦੇ ਆ, ਕਦੇ ਇੱਥੇ ਆਉਂਦੇ ਆ। ਇੰਨਾ ਪਿਆਰ ਸੀ ਪਰਿਵਾਰ ਦੇ ਨਾਲ ਵੀ ਉਹ ਇੱਕ ਪਰਿਵਾਰ ਦੇ ਅਣਟੁੱਟ ਮੈਂਬਰ ਸਨ। ਕਦੇ ਗੁਰੂ ਘਰ ਮਾਤਾ ਜੀ ਨੇ, ਸਤਿਗੁਰਾਂ ਦੇ ਪਿਤਾ ਜੀ ਨੇ, ਸਤਿਗੁਰਾਂ ਦੇ ਚਾਚਾ ਜੀ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਦਾਸੀ ਸਮਝਿਆ ਹੀ ਨਹੀਂ। ਭੈਣਾਂ ਤੋਂ ਵੱਧ ਪਿਆਰ ਕਰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ। ਉਹ ਵੀ ਰੱਬ ਰੱਤੀ ਰੂਹ ਸੀ, ਕਰਮ ਵਾਲੀ ਉਹ ਹੋਣੀ। ਮਾਂ ਤ੍ਰਿਪਤਾ ਕਹਿੰਦੀ ਪੁੱਤ ਦਾਸੀ। ਤੁਲਸਾਂ ਕਹਿੰਦੀ ਹਾਂ ਮਾਂ। ਜਾਓ ਨਾਨਕ ਜੀ ਨੂੰ ਉਠਾ ਕੇ ਲੈ ਕੇ ਆਓ। ਰੋਟੀ ਠੰਡੀ ਹੁੰਦੀ ਜਾਂਦੀ ਹੈ, ਕਿਉਂਕਿ ਅੱਜ ਕੋਧਰੇ ਦੀ ਰੋਟੀ ਬਣਾਈ ਹੈ, ਉਹ ਤੇ 5 ਮਿੰਟ ਰਹਿ ਜੇ ਤੇ ਪੱਥਰ ਬਣ ਜਾਂਦੀ ਹੈ, ਬਾਜਰੇ ਵਾਂਗੂ। ਤੁਲਸਾਂ ਦਾਸੀ ਨੇ 7 ਵਚਨ ਆਖਿਆ, ਜਿੱਥੇ ਗੁਰਦੇਵ ਆਰਾਮ ਕਰਦੇ ਆ, ਕੋਲ ਆ ਕੇ ਖੜ ਗਈ। ਆਵਾਜ਼ ਮਾਰੀ, ਗਰੀਬਨ ਆਵਾਜ਼ ਨਹੀਂ ਸੁਣਿਆ। ਉਹ ਬੜੀ ਚਿੰਤਾ 'ਚ ਖੜੀ ਹੈ ਵੀ ਜੇ ਉਠਾ ਦਿੱਤਾ ਸੱਚੇ ਪਾਤਸ਼ਾਹ ਨਾਰਾਜ਼ੀ ਨਾ ਹੋ ਜਾਣ, ਵੀ ਜਦੋਂ ਮੈਂ ਮਾਂ ਦੇ ਕਹੇ ਤੇ ਨਹੀਂ ਉੱਠਿਆ, ਤੂੰ ਗਾਉਣਾ ਠਾਉਣ ਵਾਲੀ ਮੈਨੂੰ। ਕਈ ਵਾਰ ਹੋ ਜਾਂਦਾ, ਕਿਉਂਕਿ ਉਹ ਦਾਸੀ ਹੈ, ਉਹ ਆਪਣੇ ਆਪ ਨੂੰ ਸੇਵਕ ਜਾਣਦੀ ਹੈ। ਸੇਵਕ ਕਦੇ ਵੀ ਮਾਲਕ ਦੇ ਸਾਹਮਣੇ ਨਖਰਾ ਨਹੀਂ ਕਰਦਾ, ਤੇ ਜਿਹੜਾ ਨਖਰੇ ਕਰਦਾ ਹੈ ਸਮਝੋ ਉਹ ਨੌਕਰ ਨਾ ਸੀ, ਨਾ ਹੈ, ਤੇ ਨਾ ਕਦੇ ਬਣ ਸਕਦਾ ਹੈ। ਨੌਕਰੀ ਤੇ ਨਖਰਾ ਇਕੱਠੇ ਹੋ ਸਕਦੇ? ਕਦੇ ਕਦੇ ਵੀ ਨਹੀਂ। ਤੁਲਸਾਂ ਦਾਸੀ ਦੇ ਮਨ 'ਚ ਡਰ ਬਹਿ ਗਿਆ ਵੀ ਜੇ ਮੈਂ ਸੱਚੇ ਪਾਤਸ਼ਾਹ ਨੂੰ ਉਠਾ ਦਿੱਤਾ, ਘੂਕ ਨੀਂਦ ਵਿੱਚ ਸੋ ਰਹੇ ਨੇ, ਨਾਰਾਜ਼ ਹੋਣਗੇ। ਸੁਭਾਵਿਕ ਗੱਲ ਹੈ, ਕਿਸੇ ਨੂੰ ਵਧੀਆ ਨੀਂਦ 'ਚ ਉਠਾਓ, ਅਗਲਾ ਕਹਿੰਦਾ ਯਾਰ ਤੂੰ 2 ਮਿੰਟ ਜਰ ਨਹੀਂ ਸਕਦਾ ਸੀ। ਤੇ ਜੇ ਨਾ ਉਠਾਇਆ ਤੇ ਮਾਂ ਤ੍ਰਿਪਤਾ ਨੇ ਪ੍ਰਸ਼ਾਦਾ ਪਾਇਆ ਥਾਲ ਦੇ ਵਿੱਚ, ਉਹ ਕੁੜੀ ਕਰਈ ਹੈ, ਮੇਰਾ ਪੁੱਤ ਚੱਲ ਕੇ ਆਵੇ। ਕਹਿੰਦੇ ਕੋਲ ਹੱਥ 'ਚ ਜੋੜ ਕੇ ਖੜੀ ਰਹੀ ਵੀ ਮੈਂ ਤੇ ਹੁਣ ਛਛੋ ਪੰਜ 'ਚ ਹਾਂ, ਮੈਂ ਦੁਬਦਾ ਦੇ ਵਿੱਚ ਆ, ਉਠਾਵਾਂ ਜਾਂ ਨਾ ਉਠਾਵਾਂ। ਸੀਤਲ ਹੋਏ ਨ ਜਾਏ ਆਹਾਰਾ, ਜੇ ਵਹਿ ਆਨ ਅਨੇਕ ਪ੍ਰਕਾਰ। ਉਸ ਵੇਲੇ ਤੁਲਸਾਂ ਨੂੰ ਆਵਾਜ਼ ਮਾਤਾ ਫੇਰ ਮਾਰ ਕੇ ਕਹਿੰਦੀ, ਆਵਾਜ਼ ਦੇ ਕੇ, ਪੁੱਤ ਉਠਾਇਆ ਨਹੀਂ ਨਾਨਕ ਨੂੰ, ਠੰਡਾ ਹੋ ਜਾਣਾ ਭੋਜਨ। ਉਹ ਹੱਥ ਜੇ ਕੰਬਣ ਲੱਗ ਗਏ ਵੀ ਮੈਂ ਹੁਣ ਕੀ ਕਰਾਂ। ਮਾਂ ਕਹਿੰਦੀ ਛੇਤੀ ਲੈ ਕੇ ਆ, ਤੇ ਗੁਰੂ ਸਾਹਿਬ ਬੜੀ ਵਧੀਆ ਨੀਂਦ 'ਚ ਸੁੱਤੇ ਆ। ਹਲਕੇ ਹਲਕੇ ਘਰਾੜਿਆਂ ਦੀ ਆਵਾਜ਼ ਆ ਰਹੀ ਹੈ, ਲੱਗਦਾ ਸਕੂਨ ਨਾਲ ਪਏ ਆ, ਜੀ ਨਾ ਕੀਤਾ ਉਠਾਉਣ ਨੂੰ। ਕਈ ਵਾਰ ਹੁੰਦਾ ਆਪਾਂ ਕੋਈ ਇੰਨੀ ਸੋਹਣੀ ਨੀਂਦ 'ਚ ਸੁੱਤਾ ਹੋਵੇ ਨਾ, ਆਪਾਂ ਕੋਲ ਜਾ ਕੇ ਨਾ, ਸਾਡਾ ਮਨ ਕਹਿੰਦਾ ਨਾ ਉਠਾ ਯਾਰ, ਬਹੁਤ ਸੋਹਣੀ ਨੀਂਦ 'ਤੇ ਸੁੱਤਾ ਹੈ, ਰਹਿਣ ਦੇ। ਮੁੜੇ ਆਈ ਦਾ ਵੀ ਕੰਮ ਦਾ ਕੀ ਹੈ, ਫੇਰ ਸਹੀ ਰੋਟੀ ਦਾ ਕੀ, ਫੇਰ ਖਾ ਲੈਣਗੇ। ਤੁਲਸਾਂ ਦਾਸੀ ਚੁੱਪ ਚਪੀਤੀ ਖੜੀ ਰਹੀ। ਮਾਤਾ ਜੀ ਦੀ ਦੂਜੀ ਆਵਾਜ਼ ਰਸੋਈ 'ਚੋਂ ਆਈ, ਪੁੱਤ ਤੁਲਸਾਂ ਉਠਾਇਆ ਨਹੀਂ। ਹੁਣ ਮਾਂ ਲਈ ਤੇ ਪੁੱਤ ਹੈ, ਹੁਣ ਜੇ ਮਾਂ ਨੂੰ ਗੁੱਸਾ ਚੜਿਆ, ਮਾਂ ਤੇ ਫੜ ਕੇ ਬਾਂਹ ਘੜੀਸੂ, ਚੱਲ ਓਏ ਰੋਟੀ ਖਾ। ਮਾਂ ਏ ਉਹ, ਮਾਂ ਚਾਹੇ ਰੱਬ ਦੀ ਹੋਵੇ, ਕਿਸੇ ਦੀ ਹੋਵੇ, ਮਾਂ ਤੇ ਮਾਂ ਹੀ ਹੈ। ਤੁਲਸਾਂ ਕੋਲ ਖੜੀ ਸੋਚਦੀ ਆ ਉਠਾਇਆ ਜਾਵੇ ਜਾਂ ਨਾ। ਕਹਿੰਦੇ 5 ਮਿੰਟ ਹੋਰ ਲੰਘ ਗਏ। ਮਾਤਾ ਜੀ ਨੇ ਫੇਰ ਆਵਾਜ਼ ਮਾਰੀ, ਤੁਲਸਾਂ ਜੇ ਤੂੰ ਜਾ ਕੇ ਉਠਾਉਣਾ ਹੀ ਨਹੀਂ ਤੇ ਫਿਰ ਮੈਂ ਹੀ ਠਾਵਾਂ ਕੇ, ਮੈਨੂੰ ਹੀ ਆਉਣਾ ਪੈਣਾ ਹੈ। ਮੈਂ ਕਿੰਨੀਆਂ ਆਵਾਜ਼ਾਂ ਮਾਰੀਆਂ ਨੇ। ਤਬ ਗਵਨੀ ਦਾਸੀ ਸੁਣ ਬੈਨਾ, ਪਹੁੰਚੀ ਜੈ ਸੈਨੇ ਗੁਣ ਐਨਾ। ਸਤਿਗੁਰਾਂ ਦੇ ਸਰਾਣੇ ਵਾਲੇ ਪਾਸੇ ਤੁਲਸਾਂ ਦਾਸੀ ਖੜੀ ਹੈ। ਸੋਚਦੀ ਹੈ, ਕਦੇ ਸੋਚਦੀ ਮੈਂ ਪੈਰ ਹਿਲਾ ਦਾਂ, ਕਦੇ ਸੋਚਦੀ ਬਾਂਹ ਫੜ ਕੇ ਹਿਲਾ ਦਾਂ, ਦੁਬਦਾ 'ਚ ਹੀ ਹੈ। ਕਦੇ ਉਹ ਮਰਦ ਦੇ ਸੱਜੇ ਪਾਸੇ ਮੋਢੇ ਵਾਲੇ ਪਾਸੇ ਖੜ ਜਾਂਦੀ, ਕਦੇ ਸਿਰ ਵਾਲੇ ਪਾਸੇ, ਕਦੇ ਚਰਨਾਂ ਵਾਲੇ ਪਾਸੇ। ਪਰ ਸਮਝ ਨਹੀਂ ਆ ਰਿਹਾ, ਕਿਉਂਕਿ ਤੁਲਸਾਂ ਦਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੱਬ ਰੂਪ, ਪੀਰਾਂ ਦਾ ਪੀਰ ਮੰਨਦੀ ਹੈ। ਕਿਉਂਕਿ ਅਟੁੱਟ ਭਰੋਸਾ ਸੀ ਬੇਬੇ ਨਾਨਕੀ ਜੀ ਦਾ। ਹੁਣ ਬੇਬੇ ਨਾਨਕੀ ਜੀ ਸੰਗਤ 'ਚ ਰਹਿੰਦੇ ਆ। ਜਿੱਦਣ ਲੋਕੀ ਕਹਿੰਦੇ ਸੀ ਵੇਈ 'ਚ ਡੁੱਬ ਗਿਆ, ਭੈਣ ਕਹਿੰਦੀ ਨਹੀਂ ਡੁੱਬਦਾ ਨਹੀਂ, ਡੁੱਬਿਆ ਨੂੰ ਤਾਰਨ ਵਾਲਾ ਹੈ। ਤੇ ਐਸੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੀ ਤੁਲਸਾਂ ਕੋਈ ਆਮ ਹੋਊਗੀ? ਉਹਨੇ ਵੀ ਸੋਚਿਆ ਕਿੱਡਾ ਵੱਡਾ ਸਹਿਜ ਹੈ। ਚੁੱਪ ਚਪੀਤੀ ਕੋਲ ਖੜੀ ਹੈ, ਅੰਦਰ ਗਿਣਤੀਆਂ ਗਿਣਦੀ ਹੈ। ਜਿਦੇ ਜਗਾਵਣ ਕੀ ਅਵਲਖ, ਸੋ ਮਤਵਾਨ ਥੀ
ਬਚਨ ਨਾ ਭਾਖਾ। ਚੁੱਪ ਚਪੀਤੇ ਸਤਿਗੁਰਾਂ ਦੇ ਚਰਨਾਂ ਕੋਲ ਬੈਠ ਗਈ, ਗੋਡੇ ਮੁੱਦੇ ਮਾਰ ਕੇ। ਹੁਣ ਆਮ ਬਾਣ ਦੀ ਮੰਜੀ ਹੈ ਜਿੱਤੇ ਸਤਿਗੁਰ ਪਏ ਆ। ਉਹ ਸਿਆਣੀ ਬੜੀ ਸੀ, ਮੰਜੀ ਕੋਲ ਬੈਠੀ ਸੋਚਦੀ ਹੈ ਵੀ ਐਡੀ ਸੋਹਣੀ ਨੀਂਦ ਕਰਮਾਂ ਨਾਲ ਮਿਲਦੀ ਹੈ। ਇਹ ਸੱਚ ਹੈ, ਭਾਗਾਂ ਵਾਲਿਆਂ ਨੂੰ ਸਕੂਨ ਦੀ ਨੀਂਦ ਮਿਲਦੀ। ਹੁਣ ਕਿਤੇ ਉਹਨਾਂ ਨੂੰ ਨਾ ਕਹਿ ਦਿਓ ਜਿਹੜੇ 12 ਵਜੇ ਉੱਠਦੇ ਜਾ ਕੇ ਵੀ ਤੂੰ ਤੇ ਕਰਮ ਵਾਲਾ ਯਾਰ, ਅੱਜ ਸੁਣਿਆ ਇੰਨੀ ਸੋਹਣੀ ਨੀਂਦ ਸੌਣਾ ਨਾ। ਭਾਵੇਂ ਉਹ 5 ਘੰਟੇ ਸੌਣ, ਭਾਵੇਂ 2 ਘੰਟੇ ਸੌਣ, ਸੌਣ ਐਸਾ ਵੀ 2 ਘੰਟਿਆਂ 'ਚੋਂ ਫਰੈਸ਼ ਹੋ ਗਏ, ਉੱਠ ਕੇ ਕਹਿੰਦੇ ਬਾਈ ਹੁਣ ਭਾਵੇਂ ਮੈਨੂੰ 24 ਘੰਟੇ ਚਲਾਈ ਚੱਲ, ਕਿਤੇ ਲੈ ਚੱਲ, ਕੋਈ ਫਰਕ ਨਹੀਂ ਹੈ। ਤੇ ਸਾਡੇ ਵਰਗੇ ਸਾਰਾ ਦਿਨ ਸੁੱਤੇ ਪਏ ਰਹਿੰਦੇ ਆ, ਚਾਹ ਪੀ ਲਈ ਫੇਰ ਪੈ ਗਏ, ਰੋਟੀ ਖਾਧੀ ਫੇਰ ਪੈ ਗਏ। ਦਲਿੱਦਰ ਦਾ ਘਰ, ਸੁੱਤੇ ਸਾਰੀ ਰਾਤ ਰਹਿਣਾ ਹੈ ਤੇ ਫੇਰ ਕਹਿਣਾ ਹਾਏ ਸਰੀਰ ਪੀੜ ਹੁੰਦਾ, ਉੱਠਿਆ ਨਹੀਂ ਜਾਂਦਾ, ਕੀ ਕਰੀਏ, ਕੰਮ ਕਾਜ ਹੀ ਨਹੀਂ ਕੋਈ, ਜੀ ਨਹੀਂ ਲੱਗਦਾ। ਭਾਈ ਕੋਈ ਵੀ ਮਸ਼ੀਨ ਹੋਵੇ ਨਾ ਦੁਨਿਆਵੀ ਤੌਰ ਤੇ, ਇੰਨੀ ਦੇਰ ਉਹ ਵੀ ਨਹੀਂ ਚੱਲਦੀ। ਰੈਸਟ ਦੇ ਕੇ ਵੇਖ ਲਓ, ਕਿਸੇ ਗੱਡੀ ਨੂੰ ਖੜਾਈ ਰੱਖੋ ਸਾਰਾ ਦਿਨ ਗੈਰਾਜ 'ਚ, ਕਿੰਨੀ ਕੁ ਐਵਰੇਜ ਦਊਗੀ, ਕਿੰਨੀ ਕੁ ਚੱਲੂਗੀ, ਕਵਾੜ ਹੋ ਜਾਂਦੀ ਹੈ। ਤੇ ਜਦੋਂ ਸਰੀਰ ਦਾ ਸੀ ਆਹ ਹਾਲ ਕੀਤਾ, ਕਵਾੜ ਤੇ ਆਪ ਹੀ ਹੁਣ ਸੁੱਤੇ ਰਹਿਣਾ ਸਾਰਾ ਦਿਨ। ਨੀਂਦ ਭਾਗਾਂ ਵਾਲੀ ਉਹ ਹੈ 10 ਘੰਟਿਆਂ ਦੇ ਵਿੱਚੋਂ, 12 ਘੰਟਿਆਂ ਦੇ ਵਿੱਚੋਂ 4 ਘੰਟੇ ਵੀ ਸੁੱਤੇ ਤੇ ਤਸੱਲੀ ਨਾਲ ਸੁੱਤੇ। ਅੱਜ ਸਾਡੀਆਂ ਨੀਂਦਾਂ ਤੇ ਐਲਪ੍ਰੈਕਸ ਤੋਂ ਬਿਨਾਂ ਨਹੀਂ ਆਉਂਦੀਆਂ। ਡਾਕਟਰ ਕਹਿੰਦਾ ਇੰਨੇ ਘੰਟੇ ਸੌਣਾ ਪੈਣੇ। ਕਹਿੰਦੇ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ। ਕਹਿੰਦੇ ਬੀਬਾ ਫਿਰ ਆ ਦਵਾਈ ਲੈ ਲਿਆ ਕਰ। ਦਵਾਈ ਸਵਾ ਰਹੀ ਹੈ ਸਾਨੂੰ, ਸੁੱਖ ਦੀ ਨੀਂਦ ਥੋੜ੍ਹੀ ਹੈ। ਜੇ ਸੁੱਤੇ ਆ ਸੁਪਨਿਆਂ 'ਚ ਘੁੰਮਦੇ ਫਿਰੀ ਜਾਂਦੇ ਆ, ਚਿੰਤਾ 'ਚ ਹੀ ਬੜੇ ਆ, ਪਰੇਸ਼ਾਨੀ ਬਹੁਤ ਆ। ਪਰ ਐਸੀ ਦਾਸੀ ਕੋਲ ਬੈਠੀ ਸੋਚਦੀ ਹੈ ਵੀ ਇਹ ਮਹਾਂਪੁਰਖ ਰੱਬ ਦੇ ਪਿਆਰੇ ਸਾਰਾ ਦਿਨ ਜਾਗਦੇ ਆ, ਸਾਰੀ ਰਾਤ ਜਾਗਦੇ, ਤਪੱਸਿਆ ਕਰਦੇ ਆ, ਨਾਮ ਜਪਦੇ, ਬੰਦਗੀ ਕਰਦੇ ਆ। ਜੇ ਮੈਂ ਉਠਾਇਆ ਮੈਨੂੰ ਕਿਤੇ ਪਾਪ ਹੀ ਨਾ ਲੱਗੇ। ਦੇਖੋ ਉਹਦੇ ਮਨ ਦੀ ਸ਼ਰਧਾ। ਇੱਕ ਖਿਆਲ ਹੈ ਵੀ ਜੇ ਮੈਂ ਕੀਤਾ, ਹੋ ਸਕਦਾ ਇਹ ਕੰਮ ਬੁਰਾ ਹੋਵੇਗਾ। ਵਹਿਰ ਚੀਰ ਤੇ ਚਰਨ ਸੁਹਾਵਾ, ਤਹਿ ਪਰਸਨ ਹਿਤ ਮਨ ਲਲਚਾਵਾ। ਕਹਿੰਦੇ ਜਦੋਂ ਬੈਠੀ ਸੋਚਦੀ ਆ ਨਾ, ਉਹ ਮਰਜ ਦੇ ਚਰਨ ਵਾਲੇ ਪਾਸੇ ਗੋਡੇ ਮੋਢੇ ਮਾਰ ਬੈਠੀ ਸੀ ਦੌਣਾ ਕੋਲੇ। ਸੁਭਾਵਕ ਉਹਦੀ ਨਜ਼ਰ ਪੈ ਗਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ। ਕਹਿੰਦੇ ਸਤਿਗੁਰਾਂ ਦੇ ਸੱਜੇ ਪੈਰ ਦਾ ਅੰਗੂਠਾ ਚਿੱਟੀ ਚਾਦਰ ਤੋਂ ਸਿਰਫ ਬਾਹਰ ਹੈ, ਬਾਕੀ ਸਾਰੇ ਸਰੀਰ ਤੇ ਚਾਦਰ ਕੱਜੀ ਹੈ। ਉਹਦੇ ਮਨ 'ਚ ਆਇਆ ਵੀ ਭਾਗਾਂ ਵਾਲੇ ਮਹਾਂਪੁਰਖ ਨੂੰ ਮੈਂ ਮੱਥਾ ਹੀ ਛੁਆ ਦਿਆਂ, ਮੈਂ ਮਸਤਕੀ ਟੇਕ ਦਿਆਂ। ਭੁੱਲ ਗਈ ਉਧਰ ਵੀ ਰੋਟੀ ਵੀ ਠੰਡੀ ਹੋ ਗਈ, ਆਖੋ ਸਤਨਾਮ। ਦੇਖੋ ਕਿਹੜੇ ਬਹਿਣਾ 'ਚ ਬਹਿ ਗਈ ਹੈ। ਤੁਲਸਾ ਦੱਸੀ ਇਹ ਭਾਗਾਂ ਦੀ ਗੱਲ ਹੈ। ਜਿਹਨੂੰ ਰੱਬ ਮਿਲਦਾ ਨਾ ਉਹਨੂੰ ਘਰ ਬੈਠਿਆਂ ਮਿਲਣਾ, ਜਿਹਨੂੰ ਨਹੀਂ ਮਿਲਣਾ ਨਾ ਉਹ 50-50 ਸਾਲ ਧਾਰਮਿਕ ਥਾਵਾਂ ਤੀਰਥਾਂ ਤੇ ਫਿਰੀ ਜਾਵੇ, ਉਹ ਤਾਂ ਵੀ ਨਹੀਂ ਮਿਲਣਾ। ਇਹ ਤੇ ਮਿਲਣ ਦੀ ਗੱਲ ਹੈ, ਮੰਨਣ ਦੀ ਗੱਲ ਹੈ। ਜਿੱਦਣ ਮੰਨ ਲਿਆ ਉਦਣ ਹੀ ਮਿਲ ਜਾਣਾ। ਇਹਦਾ ਮਤਲਬ ਅਸੀਂ ਮੰਨਿਆ ਹੀ ਨਹੀਂ ਕਦੇ। ਤੁਲਸਾ ਨੇ ਨਾ ਆਲਾ ਦੁਆਲਾ ਵੇਖਿਆ ਵੀ ਮਾਤਾ ਜੀ ਤਾਂ ਨਹੀਂ ਵੇਖਦੇ, ਆਪਣਾ ਮੱਥਾ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸੱਜੇ ਨੂੰ ਬੜੇ ਪਿਆਰ ਨਾਲ ਛੁਹਾਇਆ ਏ। ਪਰਮ ਪ੍ਰੇਮ ਜਾਗਿਓ ਮਨ ਮਾਹੀ, ਚਰਨੇ ਹੱਥ ਛੁਹਾਇਓ ਨਹੀਂ। ਹੁਣ ਇਹਨਾਂ ਚਰਨਾਂ ਨੂੰ ਹੱਥ ਵੀ ਨਾ ਲਾਇਆ ਉਹਨੇ, ਵੀ ਜੇ ਮੈਂ ਹੱਥ ਗੁਰੂ ਸਾਹਿਬ ਦੇ ਚਰਨਾਂ ਨੂੰ ਲਾਇਆ, ਮੇਰੇ ਹੱਥਾਂ ਦੀ ਸਪਰਸ਼ਤਾ ਨਾਲ ਗੁਰੂ ਸਾਹਿਬ ਜਾਗ ਜਾਣਗੇ। ਭਾਗ ਵੱਡੇ ਕੀ ਇਹ ਨਿਸ਼ਾਨੀ। ਸੋਝੀ ਸਮਝ ਬੁੱਧ ਵੇਖੋ ਕਿੰਨੀ ਸਿਆਣੀ ਹੈ। ਨੇੜੇ ਜਿਹੋ ਕੇ ਨਾ ਆਪਣਾ ਹਲਕਾ ਜਿਹਾ ਮੱਥਾ ਸਤਿਗੁਰਾਂ ਦੇ ਅੰਗੂਠੇ ਨਾਲ ਲਾਇਆ ਵੀ ਇਹਨਾਂ ਨੂੰ ਪਤਾ ਨਾ ਲੱਗ ਜੇ ਮੇਰੇ ਚਰਨਾਂ ਨੂੰ ਕਿਸੇ ਨੇ ਹੱਥ ਲਾਇਆ ਤੇ ਉੱਠ ਜਾਣਗੇ ਉਸੇ ਵੇਲੇ। ਪਰ ਮੈਂ ਆਪਣਾ ਸੀਸ ਨਿਵਾਉਣਾ ਹੈ, ਇਹਨਾਂ ਦੇ ਚਰਨਾਂ ਦੀ ਧੂੜੀ ਕਿਤੇ ਮੱਥੇ ਲਾ ਲਵਾਂ। ਰਸਨਾ ਸੰਗ ਸੋ ਚਾਟਨ ਲਾਗੇ, ਜਗ ਮੈਂ ਵਡ ਭਾਗਣ ਅਨਰਾਗੇ। ਜਦੋਂ ਕਹਿੰਦੇ ਸਤਿਗੁਰਾਂ ਦੇ ਚਰਨਾਂ ਦੇ ਨੇੜੇ ਆਈ ਨਾ, ਮਨ 'ਚ ਖਿਆਲ ਆ ਗਿਆ ਵੀ ਮੱਥਾ ਕਾਹਨੂੰ ਲਾਉਣਾ ਹੈ। ਐਸੇ ਰੱਬ ਦੇ ਪਿਆਰਿਆਂ ਦੇ ਚਰਨ ਕਿਤੇ ਮਿਲਦੇ ਆ। ਘਰ 'ਚ ਰਹਿਣ ਵਾਲੀ ਦਾਸੀ ਦੀ ਭਾਵਨਾ ਵੇਖੋ ਗੱਡੀ ਹੈ। ਉਹਨੇ ਨਾ ਸੋਚਿਆ ਵੀ ਮੈਂ ਕਿਉਂ ਨਾ ਜੀਭ ਨਾਲ ਗੂਠਾ ਚੱਟ ਲਾਂ। ਇਹ ਭਾਵਨਾ ਹੈ ਬਹੁਤ ਵੱਡੀ, ਸ਼ਰਧਾ। ਇੱਦਾਂ ਦੀ ਸ਼ਰਧਾ ਅਸੀਂ ਕਿੱਥੋਂ ਲੈ ਆਵਾਂਗੇ? ਸਾਡੀ ਤੇ ਸ਼ਰਧਾ ਫੇਸਬੁੱਕ ਤੇ ਹੀ ਹੈ। ਉੱਥੇ ਹੀ ਸਿੱਖੀ ਸ਼ੁਰੂ ਹੁੰਦੀ ਹੈ, ਉੱਥੇ ਹੀ ਛੱਡ ਦਈਦੀ ਹੈ। ਉੱਥੇ ਹੀ ਅਸੀਂ ਪੰਥਕ ਆ, ਉੱਥੇ ਹੀ ਅਸੀਂ ਧਾਰਮਿਕ ਆ, ਉੱਥੇ ਹੀ ਸਾਡਾ ਨਿਤਨੇਮ, ਉੱਥੇ ਹੀ ਸਾਡੀ ਬਾਣੀ ਹੈ, ਉੱਥੇ ਸਾਡੀ ਸੇਵਾ ਤੇ ਉੱਥੇ ਸਾਡੀ ਯਾਤਰਾ। ਸਾਡੀ ਸਿੱਖੀ ਤੇ ਇੰਟਰਨੈਟ ਤੇ ਖੜੀ ਹੈ। ਫੀਲਡ 'ਚ ਕੀ ਹੈ ਕਿਸੇ ਕੋਲ ਸੇਵਾ, ਹੈ ਕਿਸੇ ਕੋਲ ਬੰਦਗੀ। ਕਿੰਨੇ ਕੁ ਸਿੱਖ ਨੇ ਸਾਡੇ 'ਚ ਬੈਠੇ ਜਿਹੜੇ ਘਰ ਗੁਟਕਾ ਸਭ ਲੈ ਕੇ ਬੈਠਦੇ ਆ ਜੀ, ਫੋਨ ਤੋਂ ਹੀ ਪਾਠ ਕਰੀ ਜਾਂਦੇ, ਫੋਨ ਤੋਂ ਹੀ। ਠੀਕ ਹੈ, ਕਰਨਾ ਚਾਹੀਦਾ ਐਮਰਜੈਂਸੀ। ਤੇ ਅਕਾਲ ਤਖਤ ਸਾਹਿਬ ਨੇ ਵੀ ਹੁਕਮਨਾਮਾ ਦੇਤਾ ਤੋਂ 2 ਸਾਲ ਪਹਿਲਾਂ ਵੀ ਸੰਗਤ ਜੀ
ਫੋਨ ਤੋਂ ਪਾਠ ਉਦੋਂ ਕਰੋ ਜਦੋਂ ਕੋਈ ਮਜਬੂਰੀ ਹੋਵੇ। ਜੇ ਕੋਈ ਸ਼ੱਕ ਆ ਤੇ ਹੁਕਮਨਾਮਾ ਕੱਢ ਕੇ ਵੇਖ ਲਓ ਇੰਟਰਨੈਟ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ, ਵੀ ਜੇ ਮਜਬੂਰੀ ਉਦੋਂ ਜਿਵੇਂ ਸਫ਼ਰ 'ਚ ਜਾਂਦੇ ਆ। ਤੇ ਅਸੀਂ ਤੇ ਸਾਡੇ ਤੇ ਗੁਟਕਾ ਸਾਹਿਬਾਂ ਨੂੰ ਸਿਉਂਖ ਲੱਗ ਗਈ, ਘਰਾਂ 'ਚ ਪਿਆ, ਪੜ੍ਹੇ ਹੀ ਨਹੀਂ ਕਦੇ, ਕਿਤੇ ਦਰਸ਼ਨ ਹੀ ਨਹੀਂ ਕੀਤੇ ਬਾਣੀ ਦੇ, ਕਿਤੇ ਸੇਵਾ ਕੀਤੀ ਉਹ ਨਹੀਂ। ਕਿਹੜੀ ਸਿੱਖੀ ਦੀਆਂ ਅਸੀਂ ਗੱਲਾਂ ਕਰਦੇ ਫਿਰਦੇ ਜਿਹੜੀ ਸਾਡੀ ਤਲ ਤੇ ਜੀ ਰਹੀ ਹੈ? ਨਹੀਂ, ਸਿੱਖੀ ਬਹੁਤ ਮਹਾਨ ਹੈ। ਇਹ ਪਹਿਲਾਂ ਵੀ ਪੂਜਣ ਵਾਲੀ ਸੀ, ਅੱਜ ਵੀ ਆ, ਰਹਿੰਦੀ ਦੁਨੀਆ ਤੱਕ ਪੂਜੀ ਜਾਣੀ ਹੈ। ਇਹ ਸਿੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈ। ਅੱਜ ਉਸ ਦਾਸੀ ਦੇ ਭਾਗ ਐਡੇ ਵੱਡੇ ਜਾਗੇ ਤੁਲਸਾਂ ਦੇ, ਦੇਖੋ ਰਹਿੰਦੀ ਉਹ ਸਦਾ ਹੀ ਕੋਲੇ ਸੀ। ਉਹਨੇ ਨਾ ਆਪਣੀ ਜੀਭ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਅੰਗੂਠੇ ਨੂੰ ਚੱਟਣਾ ਸ਼ੁਰੂ ਕਰਤਾ। ਕਿੱਡੇ ਵੱਡੇ ਕਰਮ ਹੋਣੇ, ਕਿੱਡੀ ਵੱਡੀ ਭਾਵਨਾ ਹੋਣੀ, ਕਿੰਨਾ ਪ੍ਰੇਮ ਅੰਦਰੋਂ ਹੋਣਾ। ਵੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਵੀ ਗੁਰੂ ਨੂੰ ਟਿੱਚ ਜਾਣਦੇ ਹਾਂ, ਟਿੱਚ ਜਾਣਦੇ ਹਾਂ ਅਸੀਂ। ਇਹ ਬਿਲਕੁਲ ਸੱਚ ਹੈ। ਮੈਨੂੰ ਕਿਸੇ ਦਾ ਤਾਂ ਨਹੀਂ ਪਤਾ, ਪਰ ਮੇਰੀ ਹਾਲਤ ਅਜੇ ਤੱਕ ਇਹ ਹੋਈ ਹੈ। ਮੇਰਾ ਨਹੀਂ ਅਜੇ ਤੱਕ ਜੀਵਨ ਸੁਧਰਿਆ। ਮੈਂ ਤੇ ਰੋਜ਼ ਅਰਦਾਸਾਂ ਕਰਦਾ, ਮਹਾਰਾਜ ਮੈਨੂੰ ਇੰਨਾ ਡਰ ਹੋਵੇ ਮੈਂ ਤੈਨੂੰ ਮੱਥਾ ਟੇਕਣ ਆਵਾਂ, ਕੱਲਾ ਮੱਥਾ ਟੇਕਾਂ, ਮੇਰਾ ਸਰੀਰ ਕੰਬੇ ਤੈਨੂੰ ਵੇਖ ਕੇ। ਮੈਂ ਵੇਖੀ ਹੈ ਮਹਾਂਪੁਰਖਾਂ 'ਚ ਯਾਰ, ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਜਦੋਂ ਮੱਥਾ ਟੇਕਦੇ ਸੀ, ਕਈ ਹੋਰ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਕੀਤੀ, ਸਰੀਰ ਕੰਬ ਜਾਂਦਾ ਸੀ ਗੁਰੂ ਦੀ ਹਜ਼ੂਰੀ ਵਿੱਚ ਆ ਕੇ। ਮੈਂ ਕਹਿੰਦਾ ਸਾਨੂੰ, ਅਸੀਂ ਸੰਗਤ ਜਾ ਜੀ, ਅਗਲਾ ਕੰਬ ਜਾਂਦਾ, ਕਹਿੰਦੇ ਆ ਗਿਆ ਡਾਇਨਾਸੌਰ, ਉਹ ਆ ਗਿਆ, ਓਏ ਕਿੰਨੇ ਦਿਨਾਂ ਬਾਅਦ ਆਇਆ, ਝਾਕੀ ਜਾਂਦਾ ਆਲੇ ਦੁਆਲੇ ਬਿਟਰ ਬਿਟਰ ਬਟੇਰੇ ਵਾਂਗੂ। ਸਾਡੀ ਤੇ ਹਾਲਤ ਆ ਇਹ। ਸਾਨੂੰ ਦੇਖ ਕੇ ਤੇ ਲੋਕ ਡਰਦੇ ਆ, ਕਿਤੇ ਅਸੀਂ ਗੁਰੂ ਤੋਂ ਡਰਦੇ ਹੁੰਦੇ, ਸ਼ਬਦ ਗੁਰੂ ਤੋਂ। ਜਿੱਦਣ ਡਰਨ ਲੱਗੇ ਸਮਝ ਲੈ ਉਸੇ ਦਿਨ ਕਿਰਪਾ ਸ਼ੁਰੂ ਹੋ ਗਈ। ਡਰ 'ਚ ਪ੍ਰੇਮ ਉਪਜਦਾ ਨਾ। ਤੁਸੀਂ ਕਹੋ ਮੈਂ ਪਿਆਰ ਕਰਦਾ, ਮੈਂ ਪ੍ਰੇਮ ਕਰਦਾ, ਅੰਦਰ ਡਰ ਕੋਈ ਨਹੀਂ। ਮਾਫ ਕਰਿਓ, ਫੇਕ ਹੈ, ਦਿਖਾਵਾ ਏ, ਡਰਾਮਾ ਏ। ਸੱਚੇ ਪਿਆਰ ਦੀ ਨਿਸ਼ਾਨੀ ਹੈ ਸੱਜਣ ਦਾ ਡਰ ਹੀ ਕੰਬਣ ਲਾ ਦਿੰਦਾ ਹੈ। ਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਆ ਨਾ, ਉਹਨਾਂ ਮਹਾਂਪੁਰਖਾਂ ਨੂੰ ਵੇਖੋ ਮੱਥਾ ਟੇਕਦੇ ਆ, 5 ਪ੍ਰਕਰਮਾਂ ਕਰਦੇ। ਅੱਜ ਵੀ ਟਕਸਾਲ ਦੇ ਸਿੱਖਾਂ ਨੂੰ ਵੇਖੋ, ਬੰਦਗੀ ਵਾਲਿਆਂ ਨੂੰ ਇੰਨਾ ਡਰ ਹੈ ਮਨ 'ਚ। ਉਹ ਅੱਖ ਚੁੱਕ ਕੇ ਮਹਾਰਾਜ ਨੂੰ ਨਹੀਂ ਵੇਖਦੇ। ਅਸੀਂ ਤੇ ਆਏ ਮੱਥਾ ਟੇਕਿਆ, ਨਹਾਤੇ ਨਹੀਂ, ਧੋਤੇ ਕੱਪੜੇ ਪਤੇ, ਚੁੱਕਿਆ ਰੁਮਾਲਾ, ਦੇ ਹੁਕਮਨਾਮਾ। ਵੀ ਜਿਹੜਾ ਬਾਹਰ ਲਿਖਿਆ ਉਹ ਤੇ ਸ਼ਰਧਾ ਨਹੀਂ। ਜੀਵਨ ਤੇ ਵੇਖ ਤੇਰਾ ਕਿੱਥੇ ਖੜਿਆ। ਇੰਨਾ ਡਰ ਗੁਰੂ ਸਾਹਿਬ ਦਾ ਹੋਵੇ, ਮੈਂ ਤਾਬਿਆ ਬੈਠਣ ਚੱਲਿਆ ਗੁਰੂ ਦੇ, ਕੇਸੀ ਇਸ਼ਨਾਨ ਹੋਵੇ, ਸੁੱਚੇ ਬਸਤਰ ਹੋਣ। ਉਹ ਜੇ ਸਿੱਖਣਾ ਤੇ ਸਿਰਮੁੰਨੀ ਵਾਲਿਆਂ ਤੋਂ ਸਿੱਖ ਲਓ, ਜਿਹੋ ਜਿਹੇ ਮਰਜ਼ੀ ਨੇ। ਸੱਚਖੰਡ ਸਾਹਿਬ ਦੀ ਧਰਤੀ, ਕਿਸੇ ਇਤਿਹਾਸਕ ਥਾਂ ਤੇ ਚੱਲ ਜਾਓ, ਉਹ ਕਦੇ ਵੀ ਲੜ ਵਾਲੀ ਪੱਗ ਨਹੀਂ ਬੰਨ੍ਹਦੇ। ਅੱਜ ਵੀ ਇਹ ਮਰਿਆਦਾ ਏ ਵੀ ਲੜ ਮੂੰਹ 'ਚ ਪੈਂਦਾ, ਪੱਗ ਝੂਠੀ ਆ, ਮਰ ਦਾ ਸਰੂਪ ਸੀਸ ਤੇ ਲੈਣਾ ਪੈਂਦਾ। ਇਸੇ ਕਰਕੇ ਉਹ ਪੇਚਾਂ ਵਾਲੀ ਪੱਗ ਬੰਨ੍ਹ ਕੇ ਲੜ ਪਿੱਛੇ ਪਾਇਆ ਹੁੰਦਾ, ਮੂੰਹ 'ਚ ਨਹੀਂ ਪਾਉਂਦੇ। ਇਹ ਤੇ ਗੁਣ ਉਹਨਾਂ 'ਚ ਵੀ ਹੈ, ਸਾਡੇ 'ਚ ਕਿਉਂ ਨਹੀਂ? ਕਿਉਂਕਿ ਨਾ ਅਸੀਂ ਸਿੱਖਿਆ, ਨਾ ਅਸੀਂ ਸਿੱਖਣਾ ਚਾਹੁੰਦੇ। ਅਸੀਂ ਤੇ ਦੂਜੇ ਨੂੰ ਕਹਿੰਦੇ ਆ, ਉਹ ਤੈਨੂੰ ਕੀ ਆਉਂਦਾ, ਤੂੰ ਮੈਨੂੰ ਵੇਖ, ਮੈਨੂੰ ਫੋਲੋ ਕਰ। ਰਹੋ ਵਿਚਾਰ। ਤੁਲਸਾਂ ਦੇ ਭਾਗ ਜਾਗੇ, ਗੁਰੂ ਨਾਨਕ ਸਾਹਿਬ ਜੀ ਦੇ ਅੰਗੂਠੇ ਨੂੰ ਚੱਟਣਾ ਸ਼ੁਰੂ ਕਰਤਾ। ਬੜੇ ਪਿਆਰ 'ਚ ਭਿੱਜ ਕੇ ਅੰਗੂਠਾ ਚੱਟਦੀ ਐ। ਈਨ ਸਪਰਸ਼ਨ ਰਸਨਾ ਜਬ ਹੀ, ਤੀਨ ਲੋਕ ਕੀ ਸੁਧ ਭੀ ਤਬ ਹੀ। ਜਦ ਜੀਭ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਧੂੜ ਲੱਗੀ ਨਾ, ਇੱਕਦਮ ਸਰੀਰ ਕੰਬਿਆ, ਜਿੱਦਾਂ ਵਾਈਬ੍ਰੇਸ਼ਨ ਹੁੰਦੀ ਹੈ। ਤਿੰਨੇ ਲੋਕਾਂ ਦੀ ਸੋਝੀ ਹੋ ਗਈ, ਇੱਕਦਮ ਝਟਕਾ ਵੱਜਿਆ, ਪਿੱਛੇ ਹੋ ਗਈ। ਗੁਰੂ ਸਾਹਿਬ ਆਰਾਮ ਜੀ ਨੇ, ਉਹ ਤੁਲਸਾ ਨਾ ਰਹੀ, ਇੱਕ ਮਹਾਨ ਆਤਮਾ ਬਣ ਗਈ। ਉਹਨੂੰ ਦਿਸਣਾ ਸ਼ੁਰੂ ਹੋ ਗਿਆ, ਜਿਵੇਂ ਅਸਮਾਨ ਤੇ ਜਾਈਏ ਨਾ, ਏਰੀਅਲ ਵਿਊ ਹੁੰਦਾ ਹੈ, ਪਲੇਨ 'ਚ ਬਹਿ ਕੇ ਥੱਲੇ ਦੁਨੀਆ ਦਿਸਦੀ ਆ, ਉਹ ਤੋਂ ਉੱਪਰ ਸੈਟਲਾਈਟ 'ਤੇ ਚੱਲ ਜਾਓ, ISI 'ਚ ਚੱਲ ਜਾਓ, ISS 'ਚ ਚੱਲ ਜਾਓ, ਸਾਰੀ ਦੁਨੀਆ, ਧਰਤੀ, ਗਲੋਬ ਦਿਸਦਾ, ਥੱਲੇ ਘੁੰਮਦਾ, ਸਮੁੰਦਰ ਉਛਲਦੇ ਦਿਸਦੇ ਆ। ਕਹਿੰਦੇ ਉਹਨੂੰ ਸਾਰਾ ਬ੍ਰਹਿਮੰਡ ਦਿਸਣਾ ਸ਼ੁਰੂ ਹੋ ਗਿਆ, ਬੈਠੀ ਗੁਰੂ ਦੇ ਚਰਨਾਂ 'ਚ। ਮਾਂ ਤ੍ਰਿਪਤਾ ਆਵਾਜ਼ ਮਾਰਦੀ, ਉਹ ਹੁਣ ਸੁਣਦੀ ਉਹ ਨਹੀਂ। ਆਖੋ ਸਤਨਾਮ। ਜਿਸ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਨੇ, ਅੱਜ ਉਹ ਰੱਬ ਦੀ ਧੀ ਤੁਲਸਾਂ ਦਾਸੀ ਉਸੇ ਦੇਸ਼ ਸੁਰਤ ਕਰਕੇ ਪਹੁੰਚ ਗਈ। ਆਖੋ ਸਤਨਾਮ। ਸਮਾਂ ਸਮਾਪਤ ਹੈ। ਪ੍ਰਸੰਗ ਬੜੇ ਆਨੰਦਮਈ ਨੇ, ਕਿਉਂਕਿ ਇਹਨਾਂ ਪ੍ਰਸੰਗਾਂ 'ਚੋਂ ਪ੍ਰੇਮ ਮਿਲਦਾ ਹੈ, ਪ੍ਰੇਮ ਸਿੱਖਣ ਲਈ। ਤਾਂ ਜੋ ਕਿਤੇ ਸਾਡੇ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋ ਜੇ ਨਾ, ਸਾਡੇ ਜੀਵਨ 'ਚ ਨਿਮਰਤਾ ਆ ਜੇ, ਮਿਠਾਸ ਆ ਜੇ। ਚਲੋ ਦੂਜਿਆਂ ਦੀ ਗੱਲ ਛੱਡੋ, ਅਸੀਂ ਸਿੱਖਾਂ ਦਾ ਹੀ ਸਤਿਕਾਰ ਕਰ ਲਈਏ, ਇੰਨਾ ਹੀ ਕਾਫੀ ਹੈ। ਜਿੱਦਣ ਸਿੱਖ ਦੀ ਇੱਜ਼ਤ ਕਰਨ ਲੱਗ ਗਿਆ ਨਾ, ਸਿੱਖ ਦਾ ਸਤਿਕਾਰ ਕਰਨ ਲੱਗ ਗਿਆ, ਤੁਹਾਡੇ ਜੀਵਨ ਵਿੱਚ ਉਸੇ ਦਿਨ ਸੱਚਖੰਡ ਬਣ ਜਾਣਾ ਹੈ, ਉਸੇ ਦਿਨ ਕਿਰਪਾ ਹੋ ਜਾਣੀ ਹੈ। ਹੁਣ ਕੀ ਕੁਛ ਅੱਗੇ ਹੋਣਾ ਹੈ? ਪ੍ਰਸ਼ਾਦਾ ਠੰਡਾ ਹੁੰਦਾ ਜਾਂਦਾ ਹੈ। ਸਤਿਗੁਰੂ ਆਪਣੇ ਆਰਾਮ 'ਚ ਨੇ, ਜਿਹਨੂੰ ਕਿਹਾ ਸੁਨੇਹਾ ਲਾ ਕੇ ਤੂੰ ਉਠਾ ਲਿਆ, ਉਹ ਕਹਿੰਦੀ ਚੱਲ ਬਾਬਾ ਆਪਾਂ ਵੀ ਨਾਲ ਤੁਹਾਡੇ। ਆਖੋ ਸਤਨਾਮ। ਸੁਰਤ ਕਰਕੇ ਉਹ ਵੀ ਉਡਾਰੀਆਂ ਲਾ ਰਹੀ ਹੈ। ਉੱਥੇ ਪਹੁੰਚ ਗਈ ਇੱਕ ਗੁਰੂ ਘਰ ਦੀ ਦਾਸੀ ਤੁਲਸਾਂ। ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ।